ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੈ ਅਰਾਧ ਮੇਰਾ ਮਨ ਧੀਰਾ। ਅਨ ਦਿਨ ਜਪੋ ਗੁਰੂ ਗੁਰ ਨਾਮ, ਤਾਂ ਤੇ ਸਿੱਧ ਭਏ ਸਗਲ ਕਾਮ। ਦਰਸ਼ਨ ਦੇਖੋ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਬਿਖ ਗਏ। ਕਉ ਬੇਮੋਹਾ ਬਸਤ ਸ਼ਾਹ ਨੇ ਸ਼ਾਹ, ਜ਼ਮੀਨੋ ਜ਼ਮਾਨਾ ਸੱਚਾ ਪਾਤ ਸ਼ਾਹ। ਖੁਦਾਵੰਦ ਇਜ਼ਤ ਜ਼ਮੀਨੋ ਜ਼ਮਾਨ, ਕੁਨੰਦਸਤ ਹਰ ਕਸ ਮਕੀਨੋ ਮਕਾਨ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਆਪ ਸਰਬੱਤ ਸੰਗਤਾਂ ਮਹਾਨ ਗੁਰਮਤਿ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹੋ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਕ ਸਥਾਨ ਖਾਲਸੇ ਦੇ ਮਹਾਨ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਵਿਖੇ ਸੁਭਾਏਮਾਨ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਇਹ 4 ਰੋਜ਼ਾ ਗੁਰਮਤਿ ਸਮਾਗਮ ਚੱਲ ਰਹੇ ਨੇ। ਆਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸ਼ਾਹੇ ਸ਼ਹਿਨਸ਼ਾਹ ਦੀ ਵਡਿਆਈ ਗਾ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਸਫਲਾ ਕਰਨ ਦਾ ਯਤਨ ਕਰੀਏ। ਕੱਲ੍ਹ ਆਪ ਸੰਗਤ ਦੇ ਨਾਲ ਗੁਰੂ ਪਾਤਸ਼ਾਹ ਦੇ ਅਗੰਮੀ ਜੀਵਨ ਵਿੱਚੋਂ ਸਾਂਝ ਪਾਉਣਾ ਕੀਤੀ ਸੀ। ਸੰਖੇਪ ਵਿੱਚ ਦਾਸ ਇਹ ਬਿਆਨ ਕਰ ਦੇਵੇ, ਨੰਦੇੜ ਵੱਲ ਨੂੰ ਪਾਤਸ਼ਾਹ ਕਿਵੇਂ ਚੱਲਦੇ ਨੇ। ਇਹ ਗੱਲ ਮੈਂ ਕਹਿ ਦੇਵਾਂ, ਗੁਰੂ ਗੋਬਿੰਦ ਸਿੰਘ ਦਾ ਮਰਾਤਬਾ ਇੰਨਾ ਉੱਚਾ ਹੈ। ਕਥਾਕਾਰ, ਕੀਰਤਨੀਏ, ਰਾਗੀ ਢਾਡੀ ਉਹਦਾ ਇਤਿਹਾਸ ਸੁਣਾਉਣ, ਉਹਦੀ ਵਡਿਆਈ ਗਾਉਣ। ਅਲਫਾਜ਼ ਮੁੱਕ ਸਕਦੇ ਨੇ, ਗੁਰੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ। ਕਹਿੰਦੇ ਗੁਰੂ ਪਰਮੇਸ਼ਵਰ ਹੈ, ਉਹਦੇ ਬਾਬਤ ਜਾਣ ਲੈਣਾ ਇਹ
ਕਿਸੇ ਮਨੁੱਖ ਵਿੱਚ ਇੰਨੀ ਬਰਕਤ ਨਹੀਂ, ਅਜ਼ਮਤ ਨਹੀਂ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ। ਇੱਕੋ ਹੀ ਹਸਤੀ ਹੈ ਦੁਨੀਆ ਤੇ, ਪਰਮਾਤਮਾ ਦੇ ਸਰਗੁਣ ਸਰੂਪ ਗੁਰੂ ਪਾਤਸ਼ਾਹ, ਜਿਹੜੇ ਹਰ ਕਾਰਜ ਕਰਨ ਵਿੱਚ ਸਮਰੱਥ ਨੇ। ਦੀਨ ਦੁਨੀਆ ਦੇ ਮਾਲਕ, ਇਨਸਾਨੀਅਤ ਦੀ, ਮਜ਼ਲੂਮ ਦੀ ਰੱਖਿਆ ਕਰਨ ਦੇ ਲਈ ਖਾਲਸਾ ਪੰਥ ਦੀ ਸਾਜਨਾ 1756 ਬਿਕਰਮੀ ਸੰਮਤ ਨੂੰ 1 ਵਿਸਾਖ ਨੂੰ ਕਰਦੇ ਨੇ। ਮੁਗਲਿਆ ਸਲਤਨਤ ਭਾਰਤ ਵਰਸ਼ ਤੇ ਮਜ਼ਲੂਮ ਤੇ ਜ਼ੁਲਮ ਢਾਉਂਦੀ ਹੈ। ਖਾਲਸੇ ਦਾ ਉਹਨਾਂ ਨਾਲ ਟਕਰਾਅ ਹੁੰਦਾ ਹੈ। ਤਕਰੀਬਨ ਜੀਵਨ ਕਾਲ ਵਿੱਚ ਪਾਤਸ਼ਾਹ 14 ਜੰਗਾਂ ਲੜਦੇ ਨੇ, ਔਰ ਇਹ ਭਾਰਤ ਦੇ ਗੁਲਾਮ ਲੋਕ ਜੰਗਾਂ ਲੜਨ ਦੇ ਕਾਬਲ ਕਿਵੇਂ ਹੋਏ? ਕਹਿੰਦੇ ਜਿਹੜਾ ਗੁਰੂ ਦੀ ਸ਼ਰਨ ਆਉਂਦਾ, ਜਿਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ। ਜਿਹੜਾ ਗੁਰੂ ਦੇ ਦਰ ਦਾ ਸੇਵਾਦਾਰ ਹੋ ਜਾਂਦਾ ਹੈ, ਨਿਤਾਣੇ ਤੋਂ ਤਾਣ ਵਾਲਾ ਹੋ ਜਾਂਦਾ ਹੈ, ਬਰਕਤਾਂ ਨਾਲ ਭਰਪੂਰ ਹੋ ਜਾਂਦਾ ਹੈ। 22 ਧਾਰ ਦੇ ਰਾਜਿਆਂ ਨਾਲ, ਮੁਗਲਾਂ ਦੇ ਨਾਲ ਖੰਡੇ ਦੀ ਪੌਲ ਛਕ ਕੇ ਕਿਸੇ ਸਮੇਂ ਜੋ ਕਾਇਰ ਸਮਝੇ ਜਾਂਦੇ ਲੋਕ ਸਨ, ਸ਼ੇਰ ਬਣ ਕੇ ਇਹ ਮੈਦਾਨੇ ਜੰਗ ਵਿੱਚ ਡਟੇ ਨੇ। ਇਹਨਾਂ ਜੰਗਾਂ ਦਰਮਿਆਨ ਆਨੰਦਾਂ ਦੀ ਪੂਰੀ ਤਬਾਹ ਹੋ ਗਈ। ਅਨੰਦਪੁਰ ਛੱਡਣਾ ਪਿਆ। ਸਰਸਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਰਿਵਾਰ ਵਿਛੋੜਾ ਹੋਇਆ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਗੁਰੂ ਪਿਤਾ ਦੇ ਨਾਲ ਚਮਕੌਰ ਦੀ ਗੜ੍ਹੀ ਆਉਂਦੇ ਨੇ। ਮਾਤਾ ਗੁਜਰ ਕੌਰ ਜੀ ਦੇ ਨਾਲ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਹੋਰ ਦਿਸ਼ਾ ਨੂੰ ਚੱਲ ਤੁਰੇ ਨੇ। ਇਹਨਾਂ ਦੀ ਸ਼ਹਾਦਤ ਜਿਹੜੀ ਹੈ ਉਹ ਸਰਹੰਦ ਵਿੱਚ ਹੁੰਦੀ ਹੈ। ਜਾਨ ਨਾਲੋਂ ਪਿਆਰੇ ਸਿੰਘ ਸ਼ਹੀਦ ਹੋ ਜਾਂਦੇ ਨੇ। ਸੋ ਐਸਾ ਦੁਖਦਾਇਕ ਸਮਾਂ ਆਉਂਦਾ ਹੈ। ਸਾਰਾ ਕੁਝ ਵਾਰ ਕੇ, ਸਾਰਾ ਕੁਝ ਖੁੱਸ ਜਾਣ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਅੰਦਰੂਨੀ ਬਰਕਤ ਹੈ ਉਸ ਅਲਫਾਜ਼ਾਂ ਤੋਂ ਸਾਬਤ ਹੁੰਦੀ ਹੈ। ਰੱਬ ਨੂੰ ਮਿੱਤਰ ਕਹਿ ਰਹੇ ਸਨ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਐਸੀ ਅਜ਼ਮਤ ਹੈ ਉਹਨਾਂ ਅੰਦਰ, ਕੈਸੀ ਭਾਵਨਾ ਹੈ। ਜੋ ਕਿਛ ਵਰਤੈ ਸਭ ਤੇਰਾ ਭਾਣਾ। ਕਹਿੰਦੇ ਜੋ ਵੀ ਹੈ ਤੇਰੇ ਹੁਕਮ ਵਿੱਚ ਵਰਤ ਰਿਹਾ ਹੈ, ਹੁਕਮ ਬੂਝੈ ਸੋ ਸੱਚ ਸਮਾਣਾ। ਤੇ ਜਿਹੜਾ ਵੀ ਭਾਣੇ ਨੂੰ ਮੰਨਦਾ ਹੈ ਉਹੀ ਅਕਾਲ ਪੁਰਖ ਵਿੱਚ, ਸੱਚ ਵਿੱਚ ਅਭੇਦ ਹੈ। ਜਾਂ ਇਉਂ ਸਮਝ ਲਓ ਸਦੀਵੀ ਸੱਚ ਹੈ, ਉਹਦਾ ਸਦੀਵੀ ਦੁਨੀਆ ਤੇ ਨਾਮ ਰਹਿੰਦਾ ਹੈ। ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਨੇ। ਮੁਗਲਿਆ ਸਲਤਨਤ ਦੀ 10 ਲੱਖ ਫੌਜ ਨੂੰ ਹਰਾ ਕੇ ਗਨੀ ਖਾਂ, ਨਬੀ ਖਾਂ ਮਦਦ ਕਰਦੇ ਨੇ। ਉੱਚਦਾ ਪੀਰ ਧਾਰਦੇ ਨੇ। ਦੀਨੇ ਕਾਂਗੜ ਪਹੁੰਚਦੇ ਨੇ। ਜਿੱਤ ਦੀ ਚਿੱਠੀ, ਜ਼ਫਰਨਾਮਾ ਲਿਖੀ ਜਾਂਦੀ ਹੈ। ਸਭ ਕੁਝ ਵਾਰ ਕੇ ਵੀ ਉਹਦੀ ਅੰਦਰੂਨੀ ਬਰਕਤ ਵੇਖੋ। ਕਹਿੰਦੇ ਮੈਂ ਜਿੱਤਿਆ ਹਾਂ। ਉਹਦੇ ਅਲਫਾਜ਼ ਐਸੇ ਨੇ। ਕੰਬ ਉੱਠਿਆ ਸੀ ਔਰੰਗਜ਼ੇਬ ਭਾਈ ਦਇਆ ਸਿੰਘ ਹੱਥੋਂ ਉਹ ਚਿੱਠੀ ਲੈ ਕੇ ਪੜ੍ਹ ਕੇ। ਦੱਖਣ ਵਿੱਚ ਉਹ ਚਿੱਠੀ ਭਾਈ ਦਇਆ ਸਿੰਘ ਨੇ ਔਰੰਗਜ਼ੇਬ ਤੱਕ ਪਹੁੰਚਾਈ ਸੀ। ਉਹਦੇ ਪਾਕ ਬੋਲ ਸਨ, ਸ਼ਹਿਨ ਸ਼ਾਹੇ ਔਰੰਗਜ਼ੇਬ ਆਲਮੀਨ, ਕੇਦਾਰ ਆਏ ਦੌਰਸਤ ਦੂਰਸਤ ਦੀਨ। ਆਲਮ ਦਾ ਮਾਲਕ ਹੈ, ਦੁਨੀਆ ਦਾ ਮਾਲਕ ਅਖਵਾਉਣਾ ਹੈ, ਪਰ ਧਰਮ ਨਾਲੋਂ ਕੋਹਾਂ ਦੂਰ ਹੈ ਤੂੰ ਔਰੰਗਜ਼ੇਬ। ਲਿਬਾਸ ਤੂੰ ਧਰਮ ਦਾ ਪਾਇਆ ਹੈ, ਪਰ ਤੇਰੀ ਕਰਤੂਤ ਧਰਮੀਆਂ ਵਾਲੀ ਨਹੀਂ। ਜਿੰਨਾ ਬੋਲਾਂ ਕਰਕੇ ਜ਼ਿਆਦਾ ਕੰਬਣੀ ਛਿੜੀ ਹੈ ਔਰੰਗਜ਼ੇਬ ਨੂੰ ਮਿਲਣ ਲਈ। ਉਤਾਵਲਾ ਹੈ ਉਸ ਬੁਲੰਦ ਹਸਤੀ ਨੂੰ। ਦੇਖੋ, ਰੰਚਕ ਮਾਤਰ ਨੁਕਸਾਨ ਹੋਵੇ ਤੇ ਬੰਦਾ ਟੁੱਟ ਜਾਂਦਾ। 1 ਲੱਖ ਤੇ ਜਿਗਰ ਦੁਨੀਆ ਤੇ ਨਾ ਰਵੇ ਤੇ ਬੰਦਾ ਗਿੜਗੜਾਉਂਦਾ ਹੈ। 4 ਸਾਹਿਬਜ਼ਾਦੇ ਸ਼ਹੀਦ ਨੇ ਤੇ ਬੋਲ ਕੈਸੇ ਨੇ। ਚਿਹਾ ਸ਼ੁੱਧ ਕੇ ਚੂੰ ਬਚਗਾਹ ਕੁਸ਼ਤੇ 4 ਕੇ ਬਾਕੀ ਬਾ ਮਾਦਸਤ ਪੇਚੀ ਦੇ ਮਾਰ। ਕਹਿੰਦੇ ਕੀ ਹੋਇਆ? 4 ਸਪੋਲੇ ਸੱਪ ਦੇ ਬੱਚੇ ਤੂੰ ਸ਼ਹੀਦ ਕਰ ਲਏ ਨੇ। ਹਜੇ ਕੁੰਡਲੀਆ ਸੱਪ ਗੁਰੂ ਗੋਬਿੰਦ ਸਿੰਘ ਜਿਉਂਦਾ ਹੈ। ਘਰ ਦਾ ਚਿਰਾਗ ਬੁਝ ਜਾਵੇ ਨਾ
ਬੰਦਾ ਦੁੱਖ ਵਿੱਚ ਟੁੱਟਦਾ ਹੈ ਤੇ ਬਾਪੂ ਦੇ ਘਰ ਦੇ 4 ਦੀਵੇ ਬੁਝ ਗਏ ਤੇ ਫਿਰ ਵੀ ਜਕਾਰੇ ਪਿਆ ਛੱਡਦਾ ਹੈ। ਔਰੰਗਜ਼ੇਬ ਹੈਰਾਨ ਸੀ ਵੀ ਰਹਿਬਰ ਗੁਰੂ ਪੀਰ ਸਾਧੂ ਸੰਤ ਇੱਥੇ ਟੁੱਟ ਜਾਂਦੇ ਨੇ ਜੇ ਲਖਤੇ ਜਿਗਰ ਮੋਇਆ ਹੋਵੇ, ਇਹ ਕਿਉਂ ਨਹੀਂ ਟੁੱਟਦਾ। ਲਾਹਨਤਾਂ ਪਾਉਂਦੇ ਨੇ ਔਰੰਗਜ਼ੇਬ ਨੂੰ, ਕਹਿੰਦੇ ਦੇਖ ਮੈਂ ਦੀਨ ਇਸਲਾਮ ਦਾ ਕਿੰਨਾ ਅਦਬ ਕਰਦਾ ਹਾਂ। ਪਰਮੇਸ਼ਰ ਦੇ ਸਰੂਪ ਨੇ, ਸਾਰੇ ਧਰਮ ਰੱਬ ਦੇ ਬਣਾਏ ਜਾਣ ਕੇ ਸਾਰਿਆਂ ਦਾ ਸਤਿਕਾਰ ਕਰਦੇ ਨੇ। ਕਹਿੰਦੇ ਪਰ ਤੂੰ ਇਸਲਾਮ ਦਾ ਤੇ ਕੀ, ਰਹਿਬਰਾਂ ਦਾ ਤੇ ਕੀ, ਉਹਦੀ ਪਾਕ ਪੁਸਤਕ ਕੁਰਾਨ ਦਾ ਵੀ ਅਦਬ ਨਹੀਂ ਰੱਖਿਆ। ਝੂਠੀ ਕਸਮ ਖਾਧੀ ਹੈ ਤੂੰ। ਦਸਮ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ ਜਿਹੜੇ ਮਨੁੱਖਤਾ ਨੂੰ, ਇਹਨਾਂ ਮਣਕਿਆਂ ਨੂੰ ਇੱਕੇ ਮਾਲਾ ਵਿੱਚ ਪਰੋਂਦੇ ਨੇ। ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਪੰਡਤ ਹੈ, ਚਾਹੇ ਕੋਈ ਕਾਜੀ ਹੈ, ਕੋਈ ਤੁਰਕ ਹੈ, ਕੋਈ ਸ਼ੀਆ ਹੈ, ਕੋਈ ਸੁੰਨੀ ਹੈ। ਬਾਪੂ ਕਹਿੰਦਾ ਸਾਰੇ ਹੀ ਇੱਕੇ ਮਿੱਟੀ ਦੇ ਬਣੇ ਹੋ, ਸਾਰਿਆਂ ਵਿੱਚ ਪਰਮਾਤਮਾ ਦੇ ਬਖਸ਼ੇ ਸਵਾਸ ਨੇ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਕਹਿੰਦੇ ਮੈਂ ਤੇ ਸਾਰਿਆਂ ਨੂੰ ਇੱਕ ਸਮਝਿਆ ਹੈ। ਮੈਂ ਤੇ ਹਰ ਧਰਮ ਦੇ ਧਾਰਮਿਕ ਗ੍ਰੰਥ ਦਾ ਅਦਬ ਕੀਤਾ ਹੈ। ਪਰ ਕਹਿੰਦੇ ਤੈਨੂੰ ਕੁਰਾਨ ਤੇ ਭਰੋਸਾ ਨਹੀਂ। ਹਰ ਆਂਕਸ ਕੇ ਕੌਲਾ ਕੂਰਾ ਆਏ ਦਸ਼ ਨਸੋ ਬਸਤਨੋ ਕੁਸ਼ਤਨੀ ਬਾਇਦਸ਼। ਕਲਗੀਧਰ ਪਾਤਸ਼ਾਹ ਕਹਿੰਦੇ ਦੇਖ, ਹਰ ਉਹ ਆਦਮੀ ਜਿਹੜਾ ਕੁਰਾਨ ਦੀ ਕਸਮ ਹੇਠ ਆਉਂਦਾ ਹੈ ਉਸ ਨੂੰ ਕੈਦ ਕਰਨਾ ਤੇ ਮਾਰਨਾ ਗੁਨਾਹ ਹੈ। ਭਾਵ ਉਹਨੇ ਇੱਕ ਧਰਮ ਦੇ ਗ੍ਰੰਥ ਤੇ ਭਰੋਸਾ ਰੱਖਿਆ। ਪਰ ਤੂੰ ਕੀ ਕੀਤਾ। ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਤੇਰੀ ਖਾਧੀ ਜਿਹੜੀ ਔਰੰਗਜ਼ੇਬ ਕੁਰਾਨ ਦੀ ਕਸਮ ਹੈ, ਮੈਂ ਤੈਨੂੰ ਸੱਚਾ ਧਰਮੀ ਜਾਣ ਕੇ ਮੰਨ ਲਈ ਤੇ ਨੁਕਸਾਨ ਵੇਖ ਮੇਰਾ, ਮੇਰੀ ਫੌਜ ਲੰਗੜੀ ਹੋ ਗਈ। ਭਾਵ ਮੇਰਾ ਨੁਕਸਾਨ ਹੋ ਗਿਆ। ਤੇਰੇ ਵਰਗੇ ਝੂਠੇ ਇਨਸਾਨ ਤੇ ਯਕੀਨ ਕੀਤਾ ਮੈਂ। ਤੇਰੇ ਨਾਲੋਂ ਮੈਂ ਗੈਰ ਮੁਸਲਮਾਨ ਹੋ ਕੇ ਕੁਰਾਨ ਦਾ ਅਦਬ ਰੱਖਿਆ ਤੇ ਤੂੰ ਮੁਸਲਮਾਨ ਹੋ ਕੇ ਵੀ ਧਾਰਮਿਕ ਆਪਣੇ ਗ੍ਰੰਥ ਦਾ ਸਤਿਕਾਰ ਨਹੀਂ ਕੀਤਾ। ਕਸਮ ਮੁਸਫੇ ਖੁਫੀਯਹ ਗਰ ਈ ਖੁਰਮ। ਔਰੰਗਜ਼ੇਬ ਨੂੰ ਕਹਿੰਦੇ ਨੇ ਨਾ ਫੌਜ਼ੇ ਆਜ਼ੀ ਅਜ਼ੇਰ ਸੁਮ ਅਫਕੁਨਮ। ਫੌਜ ਲੰਗੜੀ ਕਰਵਾ ਲਈ ਤੇਰੇ ਤੇ ਭਰੋਸਾ ਕਰਕੇ। ਸ਼ਾਹੇ ਨਸ਼ਾਹਾ ਔਰੰਗਜ਼ੇਬ ਆਲਮੀਨ ਕੇਦਾਰ ਆਏ ਦੌਰਸਤ ਦੂਰਸਤ ਦੀਨ। ਇਸ ਕਰਕੇ ਤੈਨੂੰ ਕਿਹਾ ਤੂੰ ਧਰਮ ਤੋਂ ਦੂਰ ਹੈ। ਤੂੰ ਆਪਣੇ ਕੁਰਾਨ ਪਾਕ ਦੀ ਝੂਠੀ ਕਸਮ ਖਾ ਕੇ ਦਗਾ ਕਮਾਇਆ ਹੈ। ਉਹ ਤੇ ਆਪਣੇ ਆਪ ਨੂੰ ਰਹਿਬਰ ਸਮਝਦਾ ਹੈ, ਖਲੀਫਾ ਸਮਝਦਾ ਹੈ। ਇਹ ਬੋਲ ਪੜ੍ਹ ਸੁਣ ਕੇ ਕੰਬ ਗਿਆ, ਕੁਰਲਾ ਉੱਠਿਆ ਹੈ। ਮਹਾਰਾਜ ਪਾਤਸ਼ਾਹ ਨੇ ਕਲਮ ਦਾ ਐਸਾ ਵਾਰ ਕੀਤਾ, ਕਹਿੰਦੇ ਤੂੰ ਸੱਚਾ ਮੁਸਲਮਾਨ ਨਹੀਂ ਹੈ, ਤੈਨੂੰ ਮੁਹੰਮਦ ਤੇ ਖੁਦਾ ਤੇ ਭਰੋਸਾ ਨਹੀਂ ਹੈ। ਉਧਰ ਔਰੰਗਜ਼ੇਬ ਬਿਮਾਰ ਹੈ। ਇਹ ਚਿੱਠੀ ਦਾ ਕੱਲਾ ਕੱਲਾ ਸ਼ੇਰ ਬੜੇ ਧਿਆਨ ਨਾਲ ਸੁਣਦਾ ਹੈ। ਅੰਦਰ ਚੋਟ ਲੱਗਦੀ ਹੈ। ਉਹ ਜਿੰਨੇ ਜੀਵਨ ਵਿੱਚ ਗੁਨਾਹ ਕੀਤੇ ਨੇ ਨਾ, ਉਹ ਚਿੱਤਰਕਾਰੀ ਦੇ ਰੂਪ ਵਿੱਚ ਇਹ ਸ਼ੇਰ ਸੁਣ ਕੇ ਅੱਖਾਂ ਸਾਹਮਣੇ ਪ੍ਰਗਟ ਹੋਣ ਲੱਗ ਪਏ। ਸਾਫ਼-ਸਾਫ਼ ਚਿੱਤਰਕਾਰੀ ਅੱਖਾਂ ਅੱਗੇ ਆਉਂਦੀ ਹੈ ਵੀ ਕਿਵੇਂ ਮੈਂ ਇਹ ਧਰਮ ਦਾ ਪੁਸ਼ਾਕਾ ਪਾ ਕੇ ਪਿਓ ਦਾ ਰਹਿਣਾ ਜਿਹੜਾ ਸੀ ਨਾ, ਉਹ ਬੜਾ ਹੀ ਕਠਿਨ ਕਰ ਦਿੱਤਾ। ਜੇਲ੍ਹ ਵਿੱਚ ਸੁੱਟਿਆ ਪਿਤਾ ਨੂੰ। ਕਿਵੇਂ ਮੈਂ ਭਾਈ ਕਤਲ ਕੀਤੇ ਨੇ, ਕਿਵੇਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਵਰਗੇ ਮਹਾਨ ਫਕੀਰ ਨੂੰ ਸ਼ਹੀਦ ਕੀਤਾ ਹੈ, ਕਿਵੇਂ ਸਰਮਦ ਫਕੀਰ ਦੇ ਨਾਲ ਮੈਂ ਧੱਕਾ ਕੀਤਾ ਹੈ, ਕਿਵੇਂ 7 ਤੇ 9 ਸਾਲ ਦੇ ਛੋਟੇ ਛੋਟੇ ਸਾਹਿਬਜ਼ਾਦੇ ਮੇਰੇ ਵਜ਼ੀਰਾਂ ਨੇ ਕੋਹ ਕੇ ਮਾਰੇ ਨੇ, ਕਿਵੇਂ ਛੋਟੇ ਗੁਰੂ ਕੇ ਲਾਲ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਕੀਤੇ ਨੇ। ਇਹ ਜਿੰਨੇ ਵੀ ਕੀਤੇ ਹੋਏ ਜ਼ੁਲਮ ਸਨ। ਕਿਵੇਂ ਕਹਿੰਦਾ ਮੈਂ ਸੰਗੀਤਕਾਰਾਂ ਦਾ ਖੁਰਾ ਖੋਜ ਮਿਟਾਇਆ ਹੈ, ਰਾਗ ਨਾਲ ਨਫ਼ਰਤ ਕੀਤੀ ਹੈ। ਇਹ ਸਾਰੇ ਗੁਨਾਹ ਅੱਖਾਂ ਦੇ ਸਾਹਮਣੇ ਨਾ ਪ੍ਰਗਟ ਹੋਣ ਲੱਗ ਪਏ। ਅੰਦਰੋਂ ਭੈਭੀਤ ਹੋਇਆ, ਪਾਪਾਂ ਦੇ ਨਾਲ ਕੰਬ ਉੱਠਿਆ। ਬਾਣੀ ਦਾ ਇੱਕ ਫੁਰਮਾਨ ਹੈ, ਪਾਪੀ ਕਉ ਲਾਗਾ ਸੰਤਾਪ।
ਪਾਪ ਜਿਹੜੇ ਨੇ ਨਾ ਬੰਦੇ ਨੂੰ ਸਮਕ ਤਪਣ ਲਾ ਦਿੰਦੇ ਨੇ, ਉਸ ਨੂੰ ਟਿਕਾ ਨਹੀਂ ਆਉਂਦਾ। ਜ਼ਫਰਨਾਮਾ ਪੜ੍ਹ ਕੇ ਨਾ ਉਹ ਸ਼ੇਰ ਜਿਹੜੇ ਨੇ ਉਹ ਸੁਣ ਕੇ ਉਹਨੂੰ ਆਪਣਾ ਤੁਛਪੁਣਾ ਯਾਦ ਆ ਗਿਆ ਵੀ ਹੁਣ ਬੰਦੇ ਦੀ ਔਕਾਤ ਕੁਝ ਵੀ ਨਹੀਂ ਹੈ ਕਾਲ ਦੇ ਅੱਗੇ। ਅੱਜ ਬੁਢੇਪੇ ਵਿੱਚ ਹੈ, ਰੋਗਾਂ ਦਾ ਗਰਸਿਆ ਹੈ, ਜਿਹੜਾ ਕਹਿੰਦਾ ਸੀ ਦੁਨੀਆ ਜਿੱਤਣੀ ਹੈ, ਸਾਰੇ ਮਜ਼ਹਬ ਖਤਮ ਕਰਕੇ ਇਸਲਾਮ ਦਾ ਝੰਡਾ ਬੁਲੰਦ ਕਰਨਾ ਹੈ, ਅੱਜ ਕਾਲੇ ਦੀ ਹਿੱਕ ਤੇ ਝੰਡਾ ਗੱਡਣ ਲਈ ਤਿਆਰ ਖਲੋਤਾ ਹੈ, ਜਿਸ ਨੂੰ ਕੋਈ ਜਿੱਤ ਨਹੀਂ ਸਕਦਾ। ਜ਼ਫਰਨਾਮੇ ਦੇ ਬੋਲ ਐਸੇ ਕੰਨਾਂ ਵਿੱਚ ਪਏ ਆਪਣੇ, ਲਖਤੇ ਜਿਗਰ ਨੂੰ ਇਹ ਬੋਲ ਕਹੇ ਸੀ ਉਸਨੇ ਮਰਨ ਲੱਗੇ ਨੇ। ਕਹਿੰਦਾ ਅਵਗੁਣਾ ਤੋਂ ਛੁੱਟ ਮੈਂ ਇਸ ਸੰਸਾਰ ਦੇ ਵਿੱਚ ਹੋਰ ਕੁਝ ਵੀ ਲੈ ਕੇ ਨਹੀਂ ਆਇਆ। ਪਾਪ ਕਮਾਏ ਨੇ ਇਕੱਠੇ ਕਰਕੇ ਲੈ ਚੱਲਿਆ, ਤੇ ਮੈਨੂੰ ਇਹ ਪਛਤਾਵਾ ਹੈ ਕਿ ਮੈਨੂੰ ਨਜ਼ਾਤ ਵੀ ਹਾਸਲ ਨਹੀਂ ਹੋਵੇਗੀ, ਮੁਕਤੀ ਨਹੀਂ ਮਿਲੇਗੀ। ਆਪਣੇ ਲਖਤੇ ਜਿਗਰ ਨੂੰ, ਦਿਲਬੰਦ ਨੂੰ ਕਹਿੰਦਾ ਹੈ, ਮੈਂ ਸੋਚਦਾ ਹਾਂ ਮੈਨੂੰ ਸਜ਼ਾ ਪਤਾ ਨਹੀਂ ਕੀ ਮਿਲੇਗੀ, ਮੇਰੇ ਪਾਪ ਇੰਨੇ ਨੇ, ਭਾਰੀ ਚਿੰਤਾ ਹੈ ਵੀ ਨਜ਼ਾਤ ਮਿਲੇਗੀ ਕਿ ਨਹੀਂ। ਇਉਂ ਚਿੰਤਾ ਦੇ ਵਿੱਚ ਗਰਸਿਆ ਹੋਇਆ ਗੁਰੂ ਗੋਬਿੰਦ ਸਿੰਘ ਬਾਬਤ ਪਰਵਾਨੇ ਲਿਖ ਕੇ, ਚਿੱਠੀਆਂ ਲਿਖ ਕੇ ਪੰਜਾਬ ਦੇ ਆਪਣੇ ਹੁਕਮਰਾਨਾਂ ਨੂੰ ਭੇਜਦਾ ਹੈ ਵੀ ਗੁਰੂ ਗੋਬਿੰਦ ਸਿੰਘ ਖੁਦਾ ਪ੍ਰਸਤ ਨੇ ਤੰਗ ਨਾ ਕੀਤਾ ਜਾਵੇ। ਔਰ ਉਧਰ ਪਾਤਸ਼ਾਹ ਖਿਦਰਾਣੇ ਦੀ ਢਾਬ ਵਾਲਾ ਜੰਗ ਜਿੱਤ ਕੇ 40 ਸਿੰਘਾਂ ਨੂੰ ਨਜ਼ਾਤ ਦੇ ਕੇ, ਮੁਕਤੀ ਦੇ ਕੇ, ਸਾਬੋ ਕੀ ਤਲਵੰਡੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗੰਮੀ ਬਾਣੀ ਦੀ ਰਚਨਾ ਕਰਕੇ, ਸੰਪੂਰਨ ਗਲੂਏ ਚੋਂ ਪ੍ਰਗਟ ਕਰਕੇ ਬੈਠੇ ਹੋਏ ਨੇ, ਤੇ ਔਰੰਗਜ਼ੇਬ ਦਾ ਸੱਦਾ ਮਿਲਦਾ ਹੈ ਵੀ ਆਓ ਮਹਾਰਾਜ ਦੱਖਣ ਵੱਲ ਨੂੰ ਚਾਲੇ ਪਾਓ, ਬੈਠ ਕੇ ਖੁੱਲ੍ਹ ਕੇ ਕੋਈ ਗੱਲਬਾਤ ਕਰਦੇ ਆ। ਮੈਂ ਫਿਰ ਇਹ ਪਰੋੜਤਾ ਕਰ ਦਵਾਂ, ਬਾਣੀ ਇੱਕ ਓੰਕਾਰ ਤੋਂ ਲੈ ਕੇ ਰਾਗਮਾਲਾ ਤੱਕ ਅੰਦਰੋਂ ਪ੍ਰਗਟ ਕੀਤੀ ਹੈ ਦਮਦਮਾ ਸਾਹਿਬ ਪਾਤਸ਼ਾਹ ਨੇ, ਨਕਲ ਨਹੀਂ ਮਾਰੀ ਕਿਤੇੋਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਇਹ ਕਰਤਾ ਆਪ ਪ੍ਰਗਟ ਕਰਦਾ ਹੈ ਗੁਰੂ ਦੇ ਅੰਦਰੋਂ ਬੋਲ, ਜਿਹੜਾ ਸੱਚ ਕਰਕੇ ਮੰਨੇਗਾ ਗੁਰ ਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ। ਜਿਹੜਾ ਮੰਨੇਗਾ ਸਤ ਕਰਕੇ, ਗੁਰੂ ਦੀ ਜੈ ਜੈਕਾਰ ਕਰੇ, ਉਹਦੀ ਨਾਲ ਹੀ ਜੈ ਜੈਕਾਰ ਹੈ। ਤੇ ਜਿਹੜਾ ਆਖੇਗਾ ਵੀ ਗੁਰੂ ਇਹ ਕਰ ਹੀ ਨਹੀਂ ਸਕਦਾ, ਗੁਰੂ ਅਜ਼ਮਤੀ ਨਹੀਂ, ਗੁਰੂ ਕਰਾਮਾਤੀ ਨਹੀਂ, ਗੁਰੂ ਸੰਪੂਰਨ ਨਹੀਂ, ਗੁਰੂ ਅਧੂਰਾ ਹੈ, ਉਹਨੂੰ ਲਾਨਤਾਂ ਹੀ ਨੇ, ਹੋਰ ਉਹਨੂੰ ਸਰੋਪੇ ਨਹੀਂ ਮਿਲਣ ਲੱਗੇ। ਜੈ ਜੈਕਾਰ ਉਹਦੀ ਹੈ ਜਿਹੜਾ ਸਤ ਕਰਕੇ ਬਾਣੀ ਨੂੰ ਮੰਨੇਗਾ। ਖੈਰ ਇਹ ਅਜ਼ਮਤ ਵਿਖਾਈ ਹੈ। ਬਾਪੂ ਕਹਿੰਦੇ ਨੇ ਜ਼ਫਰਨਾਮੇ ਦੇ ਬੋਲ ਨੇ, ਸ਼ਰੀਅਤ ਪਰਸਤੋ ਫਜ਼ੀਲਤ ਮੁਆਬ, ਹਕੀਕਤ ਸ਼ਾਨਾਸੋ ਨਬੀਉਲ ਕਿਤਾਬ। ਕਹਿੰਦੇ ਬੜੇ ਬੜੇ ਨਬੀਆਂ ਨੂੰ ਧਾਰਮਿਕ ਗ੍ਰੰਥ ਉਚਾਰਨ ਦੀ ਤਾਕਤ ਪਰਮਾਤਮਾ ਦਿੰਦਾ ਹੈ, ਤੇ ਮੈਨੂੰ ਵੀ ਉਸਨੇ ਮਹਾਰਾਜ ਕਹਿੰਦੇ ਤਾਕਤ ਦਿੱਤੀ ਹੈ। ਉਹ ਅੰਦਰੋਂ ਪ੍ਰਗਟ ਕਰਦੇ ਨੇ ਬੋਲਾਂ ਨੂੰ। ਖੈਰ ਪਾਤਸ਼ਾਹ ਨੂੰ ਚਿੱਠੀ ਮਿਲੀ ਹੈ, ਇਹ ਵਾਧੂ ਕੋਈ ਗੱਲ ਨਹੀਂ ਹੈ। ਜ਼ਫਰਨਾਮੇ 'ਚ ਕਲਗੀਧਰ ਮਹਾਰਾਜ ਨੇ ਆਪ ਕਿਹਾ ਹੈ ਵੀ ਮੈਨੂੰ ਔਰੰਗਜ਼ੇਬ ਤੇਰੀ ਚਿੱਠੀ ਮਿਲੀ ਹੈ, ਨਵਿਸ਼ਤ ਹੈ ਔਰ ਰਾਸੀਦੋ ਬਾ ਗੁਫਤਨ ਜ਼ਬਾਨ। ਔਰੰਗਜ਼ੇਬ ਨੂੰ ਕਹਿੰਦੇ ਨੇ ਬਾਬਾਇਦ ਕਿ ਇਨ ਕਾਰ ਰਾਹਤ ਰਸਾਨ, ਕਹਿੰਦੇ ਮੂੰਹ ਜ਼ਬਾਨੀ ਤੇ ਲਿਖਤੀ ਤੇਰੇ ਬੋਲ ਸਾਨੂੰ ਮਿਲੇ ਨੇ, ਤੇਰੇ ਪੱਤਰ ਸਾਨੂੰ ਮਿਲੇ ਨੇ। ਹੁਣ ਤੈਨੂੰ ਚਾਹੀਦਾ ਇਹ ਹੈ, ਇਹ ਜਿਹੜਾ ਤੂੰ ਮਿਲਣ ਵਾਲਾ ਵਾਅਦਾ ਕੀਤਾ ਇਹਨੂੰ ਨੇਪਰੇ ਚਾੜ। ਮਹਾਰਾਜ ਦੀਨ ਦੁਨੀਆ ਦੇ ਮਾਲਕ ਚੱਲ ਪਏ ਨੇ ਇੱਧਰ ਦੱਖਣ ਵੱਲ ਨੂੰ। ਪਾਤਸ਼ਾਹ ਦਮਦਮੇ ਦੀ ਪਾਕ ਧਰਤੀ ਤੋਂ ਦੱਖਣ ਵੱਲ ਨੂੰ ਜਦੋਂ ਚੱਲੇ ਨਾ, ਕਈਆਂ ਨਗਰਾਂ ਦੇ ਵਿੱਚ ਲੋਕਾਈ ਨੂੰ, ਸੰਗਤਾਂ ਨੂੰ ਤਾਰਿਆ ਹੈ। ਸਿਰਸਾ ਲੰਘੇ ਨੇ, ਪਹੇਵਾ ਲੰਘੇ ਨੇ, ਨੌਹਰ, ਮਧੂ, ਸਿੰਘਾਣਾ ਆਦਿਕ, ਇਹ ਜਿੰਨੇ ਵੀ ਇਲਾਕੇ ਦੇ ਸ਼ਹਿਰ ਨੇ ਨਾ, ਇਹਨਾਂ ਨੂੰ ਮਹਾਰਾਜ ਲੰਘਦੇ ਗਏ ਨੇ।
ਪੁਸ਼ਕਰ ਵੀ ਗਏ ਨੇ। ਰਸਤੇ ਵਿੱਚ ਪੈਂਦੇ ਜਿਤਨੇ ਵੀ ਨਗਰ ਨੇ, ਰੁਕ ਰੁਕ ਕੇ ਲੋਕਾਈ ਦੇ ਭਲੇ ਹਿੱਤ ਉਪਦੇਸ਼ ਮਹਾਰਾਜ ਨੇ ਕੀਤਾ ਹੈ। ਜਿਹੜਾ ਤੁਸੀਂ ਇਤਿਹਾਸ ਵਾਚਣ ਦੇ ਸਮੇਂ ਇਰਾਵਲੀ ਪਰਬਤ ਬਾਬਤ ਪੜ੍ਹਦੇ ਹੋ ਨਾ, ਲੰਘ ਕੇ ਬਘੌਰ ਰਾਜਸਥਾਨ ਦੇ ਇਲਾਕੇ ਵਿੱਚ ਪਾਤਸ਼ਾਹ ਨੇ, ਇੱਥੇ ਮਹਾਰਾਜ ਨੂੰ ਖਬਰ ਮਿਲ ਗਈ ਹੈ ਵੀ ਕਿਲ੍ਹਾ ਭੀਗਾ ਦੇ ਨੇੜੇ ਇਮਾਮਪੁਰੇ ਔਰੰਗਜ਼ੇਬ ਦੀ ਮੌਤ ਹੋ ਗਈ ਹੈ। ਖਵਾਜਾ ਸਾਹਿਬ ਦੇ ਉਹ ਜਿਹੜੇ ਰਮੇਰ ਵਾਲੇ ਮਸ਼ਹੂਰ ਨੇ, ਉਹਨਾਂ ਦੀ ਜ਼ਿਆਰਤ ਦੇ ਪਾਸ ਔਰੰਗਜ਼ੇਬ ਦਾ ਇਹ ਮਨੋਰਥ ਸੀ ਮੈਨੂੰ ਦਫਨਾਇਆ ਜਾਵੇ। ਮਹਾਰਾਜ ਉੱਥੇ ਜ਼ਮੀਨ ਦੋਜ਼ ਕਰ ਦਿੱਤਾ ਗਿਆ ਹੈ, ਦਫਨ ਕਰ ਦਿੱਤਾ ਗਿਆ ਹੈ ਔਰੰਗਜ਼ੇਬ ਨੂੰ। ਆਹ ਦੁਨੀਆ ਦਾ ਮਾਲਕ ਬਣਿਆ ਬੈਠਾ ਛੋਟੀ ਜੀ ਕਬਰ ਵਿੱਚ ਪਿਆ ਹੈ। ਇਹ ਗੁਰੂ ਦੇ ਬੋਲਾਂ ਦੀ ਬਰਕਤ ਹੈ। ਪਰ ਤੜਫਦਾ ਹੋਇਆ ਗੁਰੂ ਦੇ ਦਿਦਾਰਿਆਂ ਲਈ ਇਹ ਮੋਇਆ ਹੈ। ਬਾਣੀ ਦਾ ਇੱਕ ਫਰਮਾਨ ਹੈ, ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨਾ ਪਾਇਆ ਤੇ ਭਾਗਹੀਣ ਜਮ ਮਾਰੇ। ਜਿਨ੍ਹਾਂ ਗੁਰੂ ਦੇ ਦਿਦਾਰੇ ਨਹੀਂ ਕੀਤੇ ਉਹ ਜਮਾਂ ਦੀ ਮਾਰ ਖਾਂਦੇ ਨੇ, ਉਹਨਾਂ ਨੂੰ ਜਮਾਂ ਦੀ ਮਾਰ ਪੈਂਦੀ ਹੈ। ਖੈਰ ਤੜਫਦਾ ਹੋਇਆ ਮੋਇਆ ਹੈ, ਭਾਗ ਨਹੀਂ ਨਾ ਚੰਗੇ। ਬਾਣੀ ਕਹਿੰਦੀ ਹੈ, ਵੱਡ ਭਾਗੀ ਗੁਰ ਦਰਸ਼ਨ ਪਾਇਆ। ਵੱਡਿਆਂ ਭਾਗਾਂ ਨਾਲ ਗੁਰੂ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ। ਸੋ ਦੀਨ ਦੁਨੀਆ ਦੇ ਮਾਲਕ ਜੇ ਉਹਨਾਂ ਦੇ ਦਿਦਾਰੇ ਹੋ ਜਾਂਦੇ ਨਾ, ਬਾਣੀ ਦਾ ਫਰਮਾਨ ਹੈ, ਸਗਲ ਉਧਾਰੇ ਭਾਈ ਮੀਤਾ। ਪਰਿਵਾਰ ਦਾ, ਸੱਜਣਾ ਮਿੱਤਰਾਂ ਦਾ ਉਧਾਰ ਹੋ ਜਾਂਦਾ ਹੈ। ਕਾਹਦੇ ਨਾਲ? ਦਰਸ਼ਨ ਪੇਖਤ ਭਏ ਪੁਨੀਤਾ। ਜਿਹੜਾ ਗੁਰੂ ਦੇ ਦਿਦਾਰੇ ਕਰ ਲੈਂਦਾ ਹੈ ਪਰ ਦਰਸ਼ਨ ਨਹੀਂ ਪ੍ਰਾਪਤ ਹੋਏ। ਜ਼ਮਾਨੇ ਦਾ ਸਭ ਤੋਂ ਤਕੱਬਰੀ ਇਨਸਾਨ, ਹੰਕਾਰੀ ਇਨਸਾਨ, ਜਿਹੜਾ ਤਲਵਾਰ ਦੀ ਮਾਰ ਨਾਲ ਨਹੀਂ ਸੀ ਮੋਇਆ, ਗੁਰੂ ਦੀ ਕਲਮ ਦੇ ਬੋਲਾਂ ਨੇ ਜ਼ਮੀਰ ਵਿਨ ਸੁੱਟਿਆ ਸੀ ਉਸਦਾ। ਤਪਦਾ ਹੋਇਆ, ਅੰਦਰੋਂ ਘਾਇਲ ਹੋਇਆ, ਦੁਨੀਆ ਤੋਂ ਕੂਚ ਕਰ ਗਿਆ, ਖੁਰਾ ਖੋਜ ਮਿਟ ਗਿਆ। ਕਹਿੰਦੇ ਪਾਪੀ ਮੂਆ ਗੁਰ ਪ੍ਰਤਾਪ। ਗੁਰੂ ਦੀ ਅਜ਼ਮਤ ਦੇ ਨਾਲ ਇਸ ਪਾਪੀ ਦਾ ਅੰਤ ਹੋਇਆ। ਇਹ ਮੋਇਆ ਹੈ। ਇਹਦੇ ਮਰਦਿਆਂ ਹੀ ਬਹਾਦਰ ਸ਼ਾਹ ਤੇ ਉਹਦਾ ਜਿਹੜਾ ਛੋਟਾ ਭਾਈ ਹੈ ਤਾਰਾ ਆਜ਼ਮ, ਇਹ ਝਗੜ ਪਏ ਨੇ। ਔਰੰਗਜ਼ੇਬ ਦੀ ਮੌਤ ਸਮੇਂ ਇਲਾਕੇ ਤੋਂ ਬਾਹਰ ਸੀ ਸ਼ਹਿਜ਼ਾਦਾ ਮੁਅੱਜ਼ਮ, ਬਹਾਦਰ ਸ਼ਾਹ ਬਣਿਆ ਜੋ ਤਖਤ ਤੇ ਬੈਠਣ ਤੋਂ ਬਾਅਦ। ਇਹਦੇ ਤੋਂ ਛੋਟੇ ਭਾਈ ਤਾਰਾ ਆਜ਼ਮ ਨੇ, ਆਜ਼ਮ ਸ਼ਾਹ ਨੇ ਤਖਤ ਤੇ ਕਬਜ਼ਾ ਕਰ ਲਿਆ। ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਬਹਾਦਰ ਸ਼ਾਹ ਆਉਂਦਾ ਹੈ। ਮਹਾਰਾਜ ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ, ਜੀ ਮੈਂ ਵੱਡਾ ਹੈ, ਮੇਰਾ ਹੱਕ ਬਣਦਾ ਹੈ, ਪਾਤਸ਼ਾਹ ਮੇਰੀ ਮਦਦ ਕਰੋ। ਜਦੋਂ ਤੁਸੀਂ ਇਤਿਹਾਸ ਵਾਚਦੇ ਹੋ ਨਾ, ਸਿੱਖ ਜਗਤ ਦਾ ਸਭ ਤੋਂ ਪੁਰਾਣਾ ਇਤਿਹਾਸ ਦਾ ਜਿਹੜਾ ਖਰੜਾ ਹੈ, ਗ੍ਰੰਥ ਹੈ, ਸ੍ਰੀ ਗੁਰ ਸੋਭਾ, ਜਿਹੜਾ ਕਵੀ ਸੈਨਾਪਤ ਨੇ ਲਿਖਿਆ ਹੈ। ਇਹ ਗੁਰੂ ਦੇ 52 ਕਵੀਆਂ ਚੋਂ ਇੱਕ ਸੀ। ਇਹ ਮਹਾਪੁਰਸ਼ ਲਿਖਦਾ ਹੈ, ਕਰ ਜੋਰ ਐਸੇ ਕਹਿਓ ਨਿਮਖ ਬਿਲਮ ਨਹੀਂ ਲਾਏ। ਇਹ ਸੁਲਤਾਨੀ ਜੰਗ ਮੈਂ ਤੁਮ ਪ੍ਰਭ ਹੋ ਸਹਾਏ। ਮੇਰੀ ਸਹਾਇਤਾ ਕਰੋ ਪਾਤਸ਼ਾਹ। ਇਹਨੇ ਤਰਲਾ ਲਿਆ। ਬਖਸ਼ਣਹਾਰ ਬਖਸ਼ਿੰਦ ਗੁਰੂ ਗੋਬਿੰਦ ਸਿੰਘ ਨੇ ਦਇਆ ਕੀਤੀ। ਉਹਦਾ ਸੁਭਾਅ ਹੈ ਨਾ, ਜੋ ਸਰਣੇ ਆਵੇ ਤੇ ਸਕੰਠ ਲਾਵੇ। ਜੂਨ ਦੇ ਮਹੀਨੇ 1707 ਈਸਵੀ ਦੇ ਵਿੱਚ ਆਗਰੇ ਦੇ ਪਾਸ ਚੰਬਲ ਨਦੀ ਦੇ ਕੰਢੇ ਜਾਜੂ ਦੇ ਮੁਕਾਮ ਤੇ ਦੋਵਾਂ ਭਰਾਵਾਂ ਦਾ ਯੁੱਧ ਹੁੰਦਾ ਹੈ ਤੇ ਭਾਈ ਧਰਮ ਸਿੰਘ ਦੀ ਕਮਾਂਡ ਹੇਠ ਸਿੰਘਾਂ ਦੀ ਖਾਲਸੇ ਦੀ ਫੌਜ ਕਲਗੀਧਰ ਮਦਦ ਲਈ ਭੇਜਦੇ ਨੇ। ਹਾਥੀ ਤੇ ਤਾਰਾ ਆਜ਼ਮ ਚੜਿਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਪ੍ਰਗਟ ਹੋਏ ਨੇ। ਪੱਥੇ ਚੋਂ ਕੱਢ ਕੇ ਤੀਰ, ਜਿਹਨੂੰ ਸੋਨਮੁਖੀ ਕਹਿੰਦੇ ਨੇ, ਸੋਨਾ ਚੜਿਆ ਹੈ ਜਿਹਦੇ ਤੇ, ਛਾਤੀ ਵੱਲ ਨੂੰ
ਤੰਦ ਤੇ ਚਾੜ ਕੇ ਬਾਪੂ ਨੇ ਛੱਡਿਆ, ਸਿੱਧਾ ਵੱਜਾ ਤਾਰਾ ਆਜ਼ਮ ਦੇ ਹਾਥੀ ਤੋਂ ਡਿੱਗਿਆ ਹੈ। ਜੰਗ ਬਹਾਦਰ ਸ਼ਾਹ ਜਿੱਤਦਾ ਹੈ। ਵੇਖੋ ਗੁਰੂ ਦੇ ਦਰਸ਼ਨਾਂ ਦਾ ਫਲ, ਜੀਵਨ 'ਚ ਵਿਘਨ ਨਹੀਂ ਰਵੇਗਾ। ਸਭ ਜੰਗਾਂ ਜਿੱਤ ਸਕਦੇ ਆ, ਸਤਿਗੁਰ ਕਾ ਦਰਸ਼ਨ ਸਫਲ ਹੈ। ਜਿਹਾ ਕੋ ਇੱਛੇ ਤੇਹਾ ਫਲ ਪਾਏ। ਜੋ ਵੀ ਇੱਛਾ ਹੋਵੇ ਨਾ, ਗੁਰੂ ਪੂਰੀ ਕਰ ਦਿੰਦਾ ਹੈ। ਗੁਰੂ ਦੀ ਐਸੀ ਅਜ਼ਮਤ ਹੈ, ਗੁਰੂ ਦੀ ਐਸੀ ਬਰਕਤ ਹੈ। ਖੈਰ ਬਹਾਦਰ ਸ਼ਾਹ ਨੂੰ ਫਲ ਮਿਲ ਗਿਆ। ਹੁਣ ਉਸਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਹੈ। 1707 ਈਸਵੀ ਦੇ ਵਿੱਚ ਹੀ ਨਾ, ਅਗਲੇ ਮਹੀਨੇ ਜੁਲਾਈ ਦੇ ਮਹੀਨੇ, ਭਾਵ ਜੂਨ ਵਿੱਚ ਜੰਗ ਹੁੰਦਾ ਹੈ, ਜੁਲਾਈ ਦੇ ਮਹੀਨੇ ਉਸਨੇ ਆਗਰੇ ਦੇ ਦਰਬਾਰ ਵਿੱਚ ਗੁਰੂ ਪਾਤਸ਼ਾਹ ਨੂੰ ਪ੍ਰੇਮ ਦੇ ਸਹਿਤ ਸੱਦਾ ਭੇਜਿਆ ਹੈ। ਉੱਥੇ ਹੋਰ ਵੀ ਜਿਹੜੇ ਅਧੀਨਗੀ ਸਵੀਕਾਰ ਕਰ ਚੁੱਕੇ ਰਾਜੇ ਨੇ ਉਹ ਆਏ ਨੇ। ਬੜਾ ਮਾਣ ਦੇ ਸਹਿਤ ਪਾਤਸ਼ਾਹ ਨੂੰ ਬੁਲਾਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਗਰੇ ਦਰਬਾਰ ਵਿੱਚ ਗਏ ਨੇ। ਵਜ਼ੀਰ ਖਾਂ ਦੀਆਂ ਕੀਤੀਆਂ ਹੋਈਆਂ ਵਧੀਕੀਆਂ ਬਾਬਤ ਕਲਗੀਧਰ ਪਾਤਸ਼ਾਹ ਨੇ ਫਿਰ ਤੋਂ ਯਾਦ ਕਰਵਾਇਆ ਹੈ ਬਹਾਦਰ ਸ਼ਾਹ ਨੂੰ, ਵੀ ਕਿਸ ਤਰ੍ਹਾਂ ਇਸਨੇ ਛੋਟੇ ਛੋਟੇ ਲਾਲ ਸ਼ਹੀਦ ਕੀਤੇ ਨੇ ਸਾਹਿਬਜ਼ਾਦੇ, ਕਿਸ ਤਰ੍ਹਾਂ ਦਗਾ ਕਮਾਇਆ ਹੈ, ਕਿਵੇਂ ਇਸਨੇ ਝੂਠੀਆਂ ਕਸਮਾਂ ਖਾਧੀਆਂ ਨੇ, ਕਿਵੇਂ ਇਸਨੇ ਮਾਤਾ ਗੁਜਰੀ ਨੂੰ ਸ਼ਹੀਦ ਕੀਤਾ ਹੈ। ਸਾਰੇ ਬੋਲ ਗਲੂਏ ਚੋਂ ਪ੍ਰਗਟ ਕੀਤੇ। ਬਹਾਦਰ ਸ਼ਾਹ ਨੇ ਸੁਣੇ ਤੇ ਵਾਅਦਾ ਕੀਤਾ, ਮਹਾਰਾਜ ਵਜ਼ੀਰ ਖਾਂ ਨੂੰ ਕਰਨੀ ਦਾ ਦੰਡ ਦਿੱਤਾ ਜਾਵੇਗਾ। ਐਸਾ ਵਾਅਦਾ ਕੀਤਾ ਗਿਆ। ਕਵੀ ਸੈਨਾਪਤ ਦੇ ਬੋਲ ਨੇ, ਕਹਿੰਦੇ ਬੜੇ ਉਪਹਾਰ ਦਿੱਤੇ ਗੁਰੂ ਪਾਤਸ਼ਾਹ ਨੂੰ, ਸੁੰਦਰ ਲਿਬਾਸ ਦਿੱਤੇ ਗਏ ਔਰ ਉਪਹਾਰਾਂ ਦੇ ਸਹਿਤ ਪਾਤਸ਼ਾਹ ਦੀ ਖਿਦਮਤ ਕੀਤੀ ਗਈ ਹੈ। ਜੇ ਤੁਸੀਂ ਇਤਿਹਾਸ ਨੂੰ ਵਾਚੋ, ਸਰਾਏ ਪਰਦਾ ਦਿੱਤਾ, ਤੁਖ ਤੁਖੀ ਵੀ ਪਾਤਸ਼ਾਹ ਅੱਗੇ ਭੇਟ ਕੀਤੀ, ਖੇਮਾ ਨਗਾਰੇ ਆਦਿਕ ਬੜਾ ਕੁਛ ਪਾਤਸ਼ਾਹ ਨੂੰ ਦਿੱਤਾ ਹੈ। ਧਨ ਧਨ ਪ੍ਰਭ ਅਲਖ ਅਪਾਰਾ, ਨਿਹਚਲ ਕੀਨੋ ਰਾਜ ਹਮਾਰਾ, ਕਹਿੰਦਾ ਹੈ ਉਸ ਖੁਦਾ ਦੇ ਸਰੂਪ ਗੁਰੂ ਗੋਬਿੰਦ ਸਿੰਘ, ਮੈਨੂੰ ਤੂੰ ਮਹਾਨ ਰਾਜ ਬਖਸ਼ਿਆ ਹੈ। ਦਇਆ ਧਾਰ ਹਮਰੇ ਘਰ ਆਏ, ਤਖਤ ਬਖਤ ਤੁਮ ਤੇ ਪ੍ਰਭ ਪਾਏ। ਦਇਆ ਕੀਤੀ ਹੈ, ਮੇਰੇ ਘਰ ਆਏ ਹੋ, ਮੈਨੂੰ ਤਖਤ ਤੁਸੀਂ ਦਵਾਇਆ ਹੈ। ਹੁਣ ਇੱਥੋਂ ਆਗਰੇ ਤੋਂ ਦੱਖਣ ਵੱਲ ਨੂੰ ਬਹਾਦਰ ਸ਼ਾਹ ਤੁਰਨ ਲੱਗਾ ਹੈ। ਉਹਦਾ ਕਾਰਨ ਹੈ ਜਿਹੜਾ ਇਹਦਾ ਇੱਕ ਹੋਰ ਛੋਟਾ ਭਾਈ ਹੈ ਨਾ, ਕਾਮ ਬਖਸ਼, ਉਸਨੇ ਬਗਾਵਤ ਕਰ ਦਿੱਤੀ ਹੈ। ਉਹਦੇ ਵਿਦਰੋਹ ਨੂੰ ਦਬਾਉਣ ਦੇ ਲਈ ਚੱਲਣ ਲੱਗਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿੰਦਾ, ਜੀ ਕਿਰਪਾ ਕਰੋ ਨਾਲ ਹੀ ਚੱਲੋ। ਕਿਵੇਂ ਦੱਖਣ ਵੱਲ ਆ ਰਹੇ ਨੇ? ਮਹਾਰਾਜ ਨਾਲ ਚੱਲ ਪਏ। ਮਜ਼ਲੂਮ ਦੇ, ਪਾਪੀਆਂ ਦੇ ਜਿਤਨੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹਿਸਾਬ ਕਿਤਾਬ ਨੇ ਨਾ, ਉਹ ਪੂਰੇ ਕਰਨੇ ਨੇ। ਜਿਤਨੀ ਵੀ ਮਜ਼ਲੂਮ ਦੇ ਨਾਲ ਧੱਕੋ ਜ਼ੋਰੀ ਹੋਈ ਹੈ, ਉਹਦਾ ਹਿਸਾਬ ਲੈਣਾ ਹੈ। ਦੋਵਾਂ ਪੱਖਾਂ ਦਾ ਹਿਸਾਬ ਕਰਨਾ ਹੈ, ਤਕੜੀ 'ਚ ਤੋਲਣਾ ਹੈ। ਮਹਾਰਾਜ ਨੇ ਵਿਚਾਰ ਕੀਤੀ ਹੈ ਵੀ ਦੁਸ਼ਮਣਾਂ ਨੂੰ ਸੋਧਣ ਦਾ ਜਿਹੜਾ ਸਮਝੌਤਾ ਇਹਦੇ ਨਾਲ ਚੱਲ ਰਿਹਾ ਹੈ, ਉਹ ਸਿੱਟੇ ਵੱਲ ਪਹੁੰਚ ਜਾਵੇ। ਨੇਪਰੇ ਚੜੇ ਗੱਲਬਾਤ ਨਾਲ ਚੱਲਦੇ ਆ। ਹੁਣ ਬਹਾਦਰ ਸ਼ਾਹ ਦੇ ਦਲ ਨਾਲੋਂ ਨਾ, ਧੜੇ ਨਾਲੋਂ, ਸਿਪਾਹੀਆਂ ਦੇ ਨਾਲੋਂ ਲਹਿਦਾ ਹੋ ਕੇ ਕੁਝ ਵਿੱਚ ਤੇ ਪਾਤਸ਼ਾਹ ਚੱਲਦੇ ਨੇ। ਆਗਰੇ ਤੋਂ ਚੱਲਦੇ ਨੇ, ਉਜੈਨ, ਬੁਰਹਾਨਪੁਰ, ਬਾਲਾਪੁਰ ਆਦਿਕ ਲੰਘਦੇ ਹੋਏ, ਸੰਗਤਾਂ ਨੂੰ ਤਾਰਦੇ ਹੋਏ, ਅਮਰਾਵਤੀ ਆਦਿਕ ਪਾਰ ਕਰਕੇ ਦੀਨ ਦੁਨੀਆ ਦੇ ਮਾਲਕ ਹਿੰਗੋਲੀ ਲੰਘੇ ਨੇ। ਹੁਣ ਇਸ ਇਲਾਕੇ ਦੇ ਵਿੱਚ ਮਹਾਰਾਜ ਦਾ ਆਗਾਜ਼ ਹੁੰਦਾ ਹੈ। ਗੋਦਾਵਰੀ ਨਦੀ ਦੇ ਕੰਢੇ ਪਾਤਸ਼ਾਹ ਆਉਂਦੇ ਨੇ। ਨਾਂਦੇੜ ਸ਼ਹਿਰ ਹੈ, ਬੜੀ ਰਮਣੀਕ, ਬੜੀ ਸੁੰਦਰ ਜਗ੍ਹਾ ਮਨ ਨੂੰ ਲੱਗਦੀ ਹੈ ਤੇ ਇੱਥੇ ਹੀ ਪਾਤਸ਼ਾਹ ਆਸਣ ਲਾ ਲੈਂਦੇ ਨੇ। ਇਸ ਸ਼ਹਿਰ ਦੇ ਵਿੱਚ ਟਿਕਾਣਾ ਬਣਾ ਲੈਂਦੇ ਨੇ। ਇੱਥੇ ਬੇਅੰਤ ਕੌਤਕ ਪਾਤਸ਼ਾਹ ਨੇ ਵਰਤਾਏ ਨੇ। ਦੀਨ ਦੁਨੀਆ ਦੇ ਮਾਲਕ ਕਈ ਕੌਤਕ ਵਰਤਾ ਕਰਕੇ ਨਾ
ਸੰਗਤਾਂ ਨੂੰ ਇੱਥੇ ਤਾਰਦੇ ਨੇ। ਤੇ ਜਿਹੜਾ ਹੈ ਨਾ ਬਹਾਦਰ ਸ਼ਾਹ, ਉਸਨੇ ਜਿਤਨੇ ਵੀ ਵਾਅਦੇ ਕੀਤੇ ਨੇ ਹਜੇ ਉਹ ਕਿਸੇ ਸਿੱਟੇ ਤੇ ਨਹੀਂ ਸੀ ਪਹੁੰਚਿਆ। ਮਹਾਰਾਜ ਦੇ ਕੋਲੋਂ ਆਗਿਆ ਲੈ ਕੇ ਬੇਨਤੀ ਕਰਕੇ ਗੋਲ ਕੁੰਡੇ ਵੱਲ ਨੂੰ ਵੱਧਦਾ ਹੈ, ਆਪਣੇ ਛੋਟੇ ਭਾਈ ਕਾਮ ਬਖਸ਼ ਦੇ ਵਿਦਰੋਹ ਨੂੰ ਦਬਾਉਣ ਦੇ ਲਈ। ਜਦੋਂ ਮਹਾਰਾਜ ਦੀ ਆਗਿਆ ਲੈ ਕੇ, ਅਸ਼ੀਰਵਾਦ ਲੈ ਕੇ ਇਹ ਗੋਲ ਕੁੰਡੇ ਵੱਲ ਨੂੰ ਵਧਿਆ ਨਾ, ਮਹਾਰਾਜ ਨੇ ਹਿਸਾਬ ਲਾ ਲਿਆ ਵੀ ਇਹ ਬਚਨ ਹੋਰ ਕਰਦਾ ਹੈ ਪਰ ਪੂਰਤੀ ਨਹੀਂ ਪਾ ਰਿਹਾ, ਪੂਰਾ ਨਹੀਂ ਉਤਰ ਰਿਹਾ ਆਪਣੇ ਬਚਨਾਂ ਦੇ ਉੱਤੇ। ਮਹਾਰਾਜ ਨੇ ਫਿਰ ਆ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਬਾਬਾ ਰਹਿੰਦਾ ਸੀ ਨਾ ਸਾਧ ਮਾਧੋ ਦਾਸ ਵੈਰਾਗੀ, ਜੰਗਲਾਂ ਵਿੱਚ ਰਹਿ ਕੇ ਜਿਹੜਾ ਦਿਨ ਕੱਟਦਾ ਸੀ, ਸ਼ਹਿਰਾਂ ਸ਼ੂਰਾਂ ਵੱਲ ਨੂੰ ਤੇ ਜਾਣਾ ਛੱਡ ਦਿੱਤਾ ਸੀ, ਕਿਉਂਕਿ ਪਤਾ ਨਹੀਂ ਕਦੋਂ ਔਰੰਗਜ਼ੇਬ, ਪਤਾ ਨਹੀਂ ਕਦੋਂ ਬਹਾਦਰ ਸ਼ਾਹ, ਪਤਾ ਨਹੀਂ ਕਦੋਂ ਮੁਗਲਿਆ ਸਲਤਨਤ ਦੇ ਬਾਦਸ਼ਾਹ ਜੰਜੂ ਲਾ ਕੇ ਖੁਰਾ ਖੋਜ ਮਿਟਾ ਦੇਣ। ਲੁਕ ਛਿਪ ਕੇ ਸਾਰੇ ਹੀ ਦਿਨ ਕੱਟਦੇ ਸਨ। ਇਹ ਬਹਾਦਰ ਨਹੀਂ ਸੀ, ਬਹਾਦਰ ਗੁਰੂ ਗੋਬਿੰਦ ਦੇ ਦਰਸ਼ਨਾਂ ਨਾਲ ਬਣੇਗਾ। ਲੋਕੇ ਦਿਨ ਕੱਟਦਾ ਸੀ ਇਹ, ਜਿੰਨਾ ਚਿਰ ਵੈਰਾਗੀ ਸੀ ਲੋਕੇ ਦਿਨ ਕੱਟਦਾ ਸੀ। ਗੁਰੂ ਪਾਤਸ਼ਾਹ ਨੇ ਮਾਧੋ ਦਾਸ ਵੈਰਾਗੀ ਨੂੰ ਦਿਦਾਰੇ ਦਿੱਤੇ ਆਪਣੀ ਅਜ਼ਮਤ ਨਾਲ, ਆਪਣੀ ਕਰਾਮਾਤ ਦੇ ਨਾਲ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਨੂੰ ਆਪਣਾ ਮੁਰੀਦ ਬਣਾ ਲਿਆ। ਇਹ ਵੀ ਜਾਣਦਾ ਸੀ ਰਿੱਧੀਆਂ ਸਿੱਧੀਆਂ, ਜਿਹੜੇ ਰੱਬ ਦੇ ਗੀਤ ਗਾਉਂਦੇ ਨਾ ਉਹਨਾਂ ਕੋਲ ਤਾਕਤਾਂ ਆ ਜਾਂਦੀਆਂ ਨੇ। ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ, ਜਿਹਦੇ ਕੋਲ ਨਾਮ ਹੈ ਉਹਨੂੰ ਇਹ ਤਾਕਤਾਂ ਮਿਲ ਜਾਂਦੀਆਂ ਨੇ, ਉਹਨੂੰ ਇਹ ਬਰਕਤਾਂ ਮਿਲ ਜਾਂਦੀਆਂ ਨੇ। ਹੀ ਵਿਲ ਕੰਟੇਨ ਆਲ ਦਾ ਸਪਿਰਚੁਅਲ ਪਾਵਰਸ, ਅਜ਼ਮਤਾਂ ਉਸ ਨੂੰ ਹਾਸਲ ਹੋ ਜਾਂਦੀਆਂ ਨੇ। ਬਾਣੀ ਕਹਿੰਦੀ ਹੈ, ਜਿਹੜੇ ਮੂਰਖ ਕਹਿੰਦੇ ਕਰਾਮਾਤ ਨਹੀਂ ਹੁੰਦੀ ਨਾ, ਬਾਣੀ ਪੜੋ, ਕੱਲੇ ਕੱਲੇ ਅੰਗ ਤੇ ਲਿਖਿਆ ਹੈ ਕਰਾਮਾਤ ਹੁੰਦੀ ਹੈ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ ਕਰਾਮਾਤੀ ਹੈ, ਬਾਣੀ ਕਹਿ ਰਹੀ ਹੈ। ਗੁਰੂ ਅਮਰਦਾਸ ਕਰਾਮਾਤੀ ਹੈ, ਬਾਰਿਜ ਕਰ ਦਾਹਿਣੇ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੈ ਬਾ ਵਾਂਗ ਜੋ ਤੀਨ ਲੋਕੰਤਰ ਮੋਹ ਹੈ। ਕਰਾਮਾਤ ਕਿਉਂ ਨਹੀਂ ਹੈ? ਜਿਹੜਾ ਵੀ ਰੱਬ ਦੇ ਗੀਤ ਗਾਵੇਗਾ ਹਾਸਲ ਕਰੇਗਾ। ਕਰਾਮਾਤ ਨਾਲ ਵੈਰਾਗੀ ਨੂੰ ਝੁਕਾ ਲਿਆ। ਅੱਛਾ, ਚਰਨਾਂ ਤੇ ਬੈਠਾ। ਮਹਾਰਾਜ ਕਹਿੰਦੇ ਵੀ ਕੌਣ ਹੈ ਤੂੰ? ਹੁਣ ਮੈਂ ਮਰ ਗਈ, ਹੰਕਾਰ ਨਹੀਂ ਰਿਹਾ ਤੇ ਗਲੂਏ ਚੋਂ ਨਿਕਲਿਆ ਜੀ। ਅੱਗੇ ਜੋ ਵੀ ਸਾਂ ਉਹਦਾ ਮੈਂ ਕੀ ਜ਼ਿਕਰ ਕਰਾਂ। ਅੱਜ ਤੋਂ ਤੁਹਾਡਾ ਬੰਦਾ, ਅਰਬੀ ਫਾਰਸੀ ਦਾ ਬਚਨ ਹੈ ਬੰਦਾ, ਭਾਵ ਗੁਲਾਮ। ਐ ਗੁਰੂ ਗੋਬਿੰਦ ਸਿੰਘ, ਤੇਰਾ ਮੈਂ ਅੱਜ ਤੋਂ ਗੁਲਾਮ ਆ। ਤੇ ਗੁਲਾਮ ਜਿਹੜਾ ਹੁੰਦਾ ਨਾ, ਬੈ ਖਰੀਦ ਕਿਆ ਕਰੈ ਚਤੁਰਾਈ ਇਹੋ ਜਿਉ ਪਿੰਡ ਸਭ ਥਾਰੈ। ਇਹ ਗੋਲਾ ਨਖਰਾ ਕੋਈ ਨਹੀਂ ਕਰਦਾ। ਗੋਲੇ ਨੂੰ ਜੋ ਮਾਲਕ ਹੁਕਮ ਕਰੇ ਨਾ ਉਹ ਫੁੱਲ ਚੜਾ ਦਿੰਦਾ ਹੈ। ਮਹਾਰਾਜ ਨੇ ਖੰਡੇ ਦੀ ਪੌਲ ਬਖਸ਼ ਕੇ ਸਿੰਘ ਬਣਾ ਲਿਆ। ਭਾਈ ਨੰਦ ਲਾਲ ਕਹਿੰਦੇ ਜਿਹਨੂੰ ਵੀ ਪੌਲ ਦਿੰਦਾ ਸੀ ਨਾ ਕਲਗੀਧਰ ਕੇ, ਸ਼ੇਰਾਨੇ ਅਫਵਾਜ਼ੇ ਮਨਸੂਰ ਅਸ਼ਯਕਾ ਤਾਸ, ਉਹ ਮਨਸੂਰ ਬਣ ਜਾਂਦਾ ਸੀ, ਉਹ ਜੰਗ ਜਿੱਤਣ ਵਾਲਾ ਬਣ ਜਾਂਦਾ ਸੀ, ਉਹ ਲੱਖਾਂ ਦੇ ਨਾਲ ਯੁੱਧ ਕਰਨ ਵਾਲਾ ਬਣ ਜਾਂਦਾ ਸੀ। ਬਾਣੀ ਦਾ ਫੁਰਮਾਨ ਹੈ, ਜਿੰਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ, ਗੁਰੂ ਦੀ ਸੇਵਾ ਵਾਲਾ ਤਾਣ ਹਾਸਲ ਕਰ ਲੈਂਦਾ ਹੈ। ਇੱਥੇ ਹੀ ਬਸ ਨਹੀਂ, ਜਿਹੜਾ ਗੁਰੂ ਦੇ ਦਰ ਦਾ ਗੁਲਾਮ ਹੋ ਜਾਵੇ ਨਾ, ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਕੀੜਿਆਂ ਨੂੰ ਤਖਤ ਦੇ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਮਜ਼ਲੂਮਾਂ ਤੇ ਕੀਤੇ ਜ਼ੁਲਮ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਜ਼ੁਲਮੋ ਸਤਮ ਢਾਉਣ ਵਾਲੇ ਪੰਜਾਬ ਦੇ ਹਾਕਮਾਂ ਦਾ ਖੁਰਾ ਖੋਜ ਮਿਟਾਉਣ ਲਈ ਇਸ ਪਾਕ ਰੂਹੇ ਜ਼ਮੀਨ ਤੋਂ ਬੰਦਾ ਸਿੰਘ ਬਹਾਦਰ ਨੂੰ ਬਾਪੂ ਨੇ ਤੋਰਿਆ ਹੈ 1765 ਬਿਕਰਮੀ ਵਿੱਚ। ਤੁਸੀਂ ਧਿਆਨ ਦਿਓ, ਕਲਗੀਧਰ ਪਾਤਸ਼ਾਹ ਦੇ ਅਕਾਲ ਚਲਾਣੇ ਤੋਂ ਬਾਅਦ, ਜੋਤੀ ਜੋਤ ਤੋਂ ਬਾਅਦ 2 ਸਾਲ ਲੱਗ ਗਏ ਸਰਹੰਦ ਜਿੱਤਣ ਨੂੰ ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਵੱਡਾ ਸੂਬਾ ਸੀ।
67 ਬਿਕਰਮੀ ਸੰਮਤ ਵਿੱਚ ਇਸਨੇ ਸਰਹੰਦ ਫਤਿਹ ਕੀਤੀ ਸੀ। ਖੈਰ, ਕਹਿੰਦੇ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ, ਇਹ ਗੁਰੂ ਦੀ ਕਿਰਪਾ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਤਾਪ ਵਧਿਆ, ਨਹੀਂ ਤੇ ਜੰਗਲ 'ਚ ਹੀ ਮਰ ਮੁੱਕ ਜਾਣਾ ਸੀ ਜਿੱਥੇ ਛਿਪਿਆ ਬੈਠਾ ਸੀ। ਸੋ ਇਹ ਨਾ ਸਮਝਿਓ ਬਈ ਮਨੁੱਖ ਦੀ ਜਾਤ ਅੰਦਰ ਕੋਈ ਬਰਕਤ ਹੈ, ਬਰਕਤਾਂ ਸਾਰੀਆਂ ਮੇਰੇ ਬਾਪੂ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਵਿੱਚ ਨੇ। ਸਤਿਗੁਰ ਮੇਰਾ ਤਾਣ ਨਿਤਾਣ, ਉਹੀ ਤਾਣ ਦੇਣ ਵਾਲਾ ਹੈ। ਖੈਰ, ਗੁਰੂ ਦੀ ਦਇਆ ਨਾਲ ਇਹਦਾ ਬੜਾ ਪ੍ਰਤਾਪ ਵਧਿਆ। ਗੁਰ ਕੈ ਬਚਨ ਕੀਨੋ ਰਾਜ ਜੋਗ, ਰਾਜਾ ਜੋਗੀ ਹੋ ਨਿਬੜਿਆ। ਰੱਬ ਨਾਲ ਤੇ ਜੁੜਿਆ ਹੀ ਸੀ, ਰਾਜ ਭਾਗ ਦਾ ਮਾਲਕ ਬਣ ਗਿਆ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਸੱਜੇ ਨੇ। ਹੁਣ ਹਮਲਾ ਪਾਤਸ਼ਾਹ ਤੇ ਕਿਵੇਂ ਹੁੰਦਾ ਹੈ? ਇੱਥੇ ਸੰਗਤਾਂ ਨੂੰ ਧਾਰਦੇ ਨੇ। ਆੜਾ ਨਗੀਨਾ ਘਾਟ ਪਾਕ ਗੁਰਧਾਮ ਹੈ, ਇੱਥੇ ਹੀ ਬਾਦਸ਼ਾਹ ਬੈਠੇ ਨੇ। ਹੀਰਾ ਘਾਟ ਤੋਂ ਇੱਥੇ ਆ ਗਏ ਸਨ। ਇਹ ਅਬਚਲ ਨਗਰ, ਇਹ ਜਿਹੜੀ ਪਾਕ ਰੂਹੇ ਜ਼ਮੀਨ ਹੈ ਸ਼੍ਰੀ ਹਜੂਰ ਸਾਹਿਬ, ਇਹ ਵੀ ਪ੍ਰਗਟ ਕਰ ਦਿੱਤੀ ਸੀ ਜਗ੍ਹਾ। ਕਹਿੰਦੇ ਮੈਂ ਸਤਜੁਗ ਵਿੱਚ ਇੱਥੇ ਬੰਦਗੀ ਕੀਤੀ ਹੈ ਆਪਣੇ ਨਿਰਗੁਣ ਸਰੂਪ ਦੀ। ਤੇ ਕਈ ਮੂਰਖ ਪੰਕਤੀ ਪਤਾ ਕਿਹੜੀ ਪੜ੍ਹ ਕੇ ਖੰਡਨ ਕਰਦੇ ਇਹਨਾਂ ਤਾਕਤਾਂ ਦਾ। ਆਖੇ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਓ ਹਮ ਆਏ। ਆਖੇ ਬੰਦੇ ਨੂੰ ਤੇ ਪਤਾ ਹੀ ਨਹੀਂ ਉਹ ਪਿੱਛੇ ਕੌਣ ਸੀ ਤੇ ਅੱਗੇ ਕੀ ਹੋਵੇਗਾ। ਇਹ ਜ਼ੁਬਾਨ ਬੰਦ ਹੋ ਜਾਣੀ ਚਾਹੀਦੀ ਹੈ ਐਸੇ ਗਲੂਏ ਚੋਂ ਬੋਲਣ ਤੋਂ ਪਹਿਲਾਂ, ਜਿਹੜਾ ਗੁਰੂ ਨੂੰ ਆਮ ਇਨਸਾਨ ਕਹਿ ਦਿੰਦੀ ਹੈ। ਗੁਰੂ ਤੇਰੇ ਮੇਰੇ ਵਰਗਾ ਨਹੀਂ ਹੈ। ਕਹਿੰਦੇ ਤੂੰ ਸਤਿਗੁਰ ਚੌਹਾਂ ਜੁਗੀ ਆਪ ਆਪੇ ਪਰਮੇਸ਼ਰ, ਤੂੰ ਚੌਹਾਂ ਜੁਗਾਂ ਦਾ ਮਾਲਕ ਹੈ, ਹਰ ਜ਼ਰੇ ਵਿੱਚ ਸਮਾਇਆ ਹੈ। ਇਹ ਬੰਦਸ਼ਾਂ ਸਾਡੇ ਲਈ ਨੇ ਜਨਮਾਂ ਦੀਆਂ। ਸਾਨੂੰ ਤੇ ਪਿੱਛੇ 5-4 ਵਰੇ ਸਾਲ ਪਹਿਲਾਂ ਕੀ ਹੋਇਆ ਉਹ ਵੀ ਭੁੱਲ ਜਾਂਦਾ ਹੈ, ਪਰ ਗੁਰੂ ਲਈ ਇਹ ਬੰਦਸ਼ ਨਹੀਂ ਹੈ। ਉਹ ਚੌਹਾਂ ਜੁਗਾਂ ਦਾ ਮਾਲਕ ਹੈ। ਇਹ ਮਹਾਰਾਜ ਨੇ ਆਪ ਪਾਕਿਸਤਾਨ ਪ੍ਰਗਟ ਕੀਤਾ ਸੀ। ਮੈਂ ਸਤਜੁਗ ਵਿੱਚ ਕਹਿੰਦੇ ਇੱਥੇ ਵੀ ਇਬਾਦਤ ਕੀਤੀ ਹੈ। ਜਿਵੇਂ ਹਿਮਕੁੰਡ ਅਕਾਲ ਪੁਰਖ ਨੂੰ ਰਾਧਿਆ ਸੀ ਨਾ, ਹਿਮਕੁੰਡ ਪਰਬਤ ਹੈ ਜਹਾਂ ਸਬਤ ਸ੍ਰਿੰਗ ਸੋਬਤ ਹੈ ਤਹਾਂ, ਤਾਹੇ ਹਮ ਅਦਕ ਤਪੱਸਿਆ ਸਾਧੀ, ਜਿੱਥੇ ਅਕਾਲ ਪੁਰਖ ਦੀ ਤਪੱਸਿਆ ਕੀਤੀ ਸੀ। ਖੈਰ, ਹੁਣ ਮਹਾਰਾਜ ਨੇ ਇਹ ਜਗ੍ਹਾ ਵੀ ਪ੍ਰਗਟ ਕਰ ਦਿੱਤੀ ਸੀ। ਨਗੀਨਾ ਘਾਟ ਪਾਤਸ਼ਾਹ ਦਿਦਾਰੇ ਦਿੰਦੇ ਨੇ ਸੰਗਤ ਨੂੰ। ਤੁਸੀਂ ਵਜ਼ੀਰ ਖਾਂ ਦੇ ਚਰਿੱਤਰ ਵੱਲ ਧਿਆਨ ਦਿਓ। ਵਿਸ਼ਵਾਸ ਘਾਤ ਕਰਨ ਵਾਲਾ ਇਨਸਾਨ ਸੀ ਉਹ, ਬੜਾ ਦਗੇਬਾਜ਼ ਬੰਦਾ ਸੀ। ਝੂਠੀਆਂ ਕਸਮਾਂ ਖਾਣੀਆਂ, ਝੂਠੇ ਵਾਅਦੇ ਕਰਨੇ, ਛਲ ਕਪਟ ਕਰਨਾ, ਇਹ ਉਹਦਾ ਜੀਵਨ ਸੀ। ਇਹ ਪਠਾਨ ਜਿਹੜੇ 2 ਇੱਥੇ ਆਏ ਨੇ ਨਾ, ਗੁਲਖਾਂ ਹੋਣੀ, ਇਹ ਉਹਦੇ ਹੀ ਭੇਜੇ ਆਏ ਨੇ। ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਮੈਂ ਇੱਕ ਚਤਰ ਜੁਗੀ ਪੁਸਤਕ ਪੁਰਾਣੀ ਪੜ੍ਹੀ ਹੈ, ਉਹਦੀ ਨਜ਼ਰਸ਼ਾਨੀ ਕੀਤੀ ਹੈ। ਉਹਦੇ 'ਚ ਸਰਹੰਦੀ ਪਠਾਨ ਲਿਖਿਆ ਹੈ ਵੀ ਸਰਹੰਦ ਵੱਲੋਂ ਇਹ ਪਠਾਨ ਆਏ ਨੇ। ਭਾਈ ਵੀਰ ਸਿੰਘ ਜੀ ਇਹ ਜ਼ਿਕਰ ਕਰਦੇ ਨੇ। ਹੁਣ ਵਜ਼ੀਰ ਖਾਂ ਜਿਹੜਾ ਹੈ, ਦੇਖੋ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਗੁਰੂ ਕੇ ਲਖਤੇ ਜਿਗਰ ਉਸਨੇ ਸ਼ਹੀਦ ਕਰ ਦਿੱਤੇ। ਮਾਤਾ ਗੁਜਰੀ ਨੂੰ ਸ਼ਹੀਦ ਕੀਤਾ। ਆਨੰਦਾਂ ਦੀ ਪੁਰੀ ਅੰਦਰ ਝੂਠੀਆਂ ਕਸਮਾਂ ਖਾਧੀਆਂ। 22 ਧਾਰ ਦੇ ਰਾਜਿਆਂ ਦੇ ਸਹਿਤ ਸਰਸਾ ਦੇ ਕੰਢੇ ਵੀ ਹਮਲਾ ਕੀਤਾ। ਚਮਕੌਰ ਦੀ ਗੜੀ ਨੂੰ ਦਿੱਲੀ ਦੀਆਂ ਫੌਜਾਂ ਦੇ ਸਹਿਤ 10 ਲੱਖ ਦੇ ਘੇਰੇ ਨਾਲ ਘੇਰਿਆ। ਗੁਰੂ ਸਾਹਿਬ ਦਾ ਵਾਲ ਵਿੰਗਾ ਨਹੀਂ ਕਰ ਸਕਿਆ। ਐਸੀ ਤੀਬਰ ਇੱਛਾ ਸੀ ਗੁਰੂ ਸਾਹਿਬ ਨੂੰ ਕਤਲ ਕਰਨ ਦੀ ਇਹਦੇ ਅੰਦਰ। ਇਹਨੇ ਖਿਦਰਾਣੇ ਦੀ ਢਾਬ ਤੇ ਵੀ ਮਹਾਰਾਜ ਨਾਲ ਜੰਗ ਲੜੀ। ਚੌਧਰੀਆਂ ਨੂੰ ਮਾਲਵੇ ਵਿੱਚ ਚਿੱਠੀਆਂ ਵੀ ਲਿਖੀਆਂ, ਗੁਰੂ ਨੂੰ ਗ੍ਰਿਫਤਾਰ ਕਰਾਓ। ਜਦੋਂ ਤੁਸੀਂ ਇੱਕ ਪੁਸਤਕ ਪੜ੍ਹਦੇ ਨਾ, ਸਕੈਚ ਆਫ ਦਾ ਸਿਕਸ, ਇੱਕ ਵਿਦਵਾਨ ਹੋਇਆ ਹੈ ਜਿਹਨੂੰ ਇਤਿਹਾਸ ਦੇ ਵਿੱਚ ਮੈਲਕਮ ਕਹਿੰਦੇ ਨੇ। ਇਹ ਜਿਹੜਾ ਜੋਹਨ ਮੈਲਕਮ ਹੈ ਨਾ, ਇਹ ਉਸ ਪੁਸਤਕ ਵਿੱਚ ਲਿਖਦਾ ਹੈ ਵੀ ਜਿਹੜੇ ਬੇਦੋਸ਼ੇ ਸਿੰਘ ਨੇ ਨਾ, ਜਿਹੜੇ ਜੰਗ ਯੁੱਧ ਵਿੱਚ ਨਹੀਂ ਸਨ ਆਏ, ਪਿੰਡਾਂ ਕਸਮਿਆਂ ਵਿੱਚ ਰਹਿੰਦੇ ਸਨ, ਇਹਨੇ ਉਹ ਵੀ ਗ੍ਰਿਫਤਾਰ ਕਰਕੇ ਉਹਨਾਂ ਦੇ ਨੱਕ ਚੀਰੇ, ਉਹਨਾਂ ਦੇ ਕੰਨ ਚੀਰੇ, ਉਹਨਾਂ ਦੇ ਗਲੂਏ ਚੀਰੇ ਨੇ। ਬੜਾ ਜ਼ੁਲਮ ਢਾਇਆ ਸੀ ਉਹਨਾਂ ਤੇ। ਐਸਾ ਜ਼ੁਲਮ ਢਾਉਣ ਵਾਲਾ ਹੁਣ ਇਸ ਗੱਲ ਦੇ ਲਈ ਵੀ ਗੁਰੂ ਸਾਹਿਬ ਨੂੰ ਖਤਮ ਕਰਨਾ ਚਾਹੁੰਦਾ ਹੈ। ਉਹ ਜਾਣਦਾ ਹੈ ਵੀ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਨੇ ਚਿੱਠੀ ਕੱਢ ਦਿੱਤੀ ਹੈ ਵੀ ਗੁਰੂ ਖੁਦਾ ਪ੍ਰਸਤ ਫਕੀਰ ਹੈ, ਗੁਰੂ ਗੋਬਿੰਦ ਸਿੰਘ ਨੂੰ ਤੰਗ ਨਾ ਕੀਤਾ ਜਾਵੇ।
ਔਰ ਗੁਰੂ ਗੋਬਿੰਦ ਸਿੰਘ ਨੇ ਖੁੱਸਿਆ ਹੋਇਆ ਤਖਤ ਔਰੰਗਜ਼ੇਬ ਦੇ ਲਖਤੇ ਜਿਗਰ ਸ਼ਾਹਜ਼ਾਦਾ ਮੁਅੱਜ਼ਮ ਨੂੰ ਦਵਾ ਕੇ ਸਾਂਝ ਵਧਾ ਲਈ ਹੈ ਦਿੱਲੀ ਤਖਤ ਦੇ ਨਾਲ। ਤੇ ਡਰ ਇਸ ਗੱਲ ਦਾ ਹੈ ਵੀ ਜਿਵੇਂ ਜਹਾਂਗੀਰ ਦੇ ਹੁਕਮ ਵਿੱਚ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਚੰਦੂ ਨੇ, ਸਾਰੇ ਇਲਜ਼ਾਮ ਚੰਦੂ ਤੇ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚੰਦੂ ਨੂੰ ਹਵਾਲੇ ਕਰਕੇ ਆਪ ਸੁਰਖਰੂ ਹੋ ਗਏ ਤੇ ਧੂ ਧੂ ਕੇ ਸਿੱਖਾਂ ਨੇ ਚੰਦੂ ਦਾ ਖੁਰਾ ਖੋਜ ਮਿਟਾਇਆ। ਕਿਤੇ ਮੈਨੂੰ ਵੀ ਜ਼ੁਲਮੋ ਸਤਮ ਢਾਉਣ ਦੇ ਕਾਰਨ ਬਹਾਦਰ ਸ਼ਾਹ ਆਪ ਨਾ ਕਤਲ ਕਰਵਾ ਦੇਵੇ ਗੁਰੂ ਅੱਗੇ ਸੱਚਾ ਹੋਣ ਲਈ, ਔਰੰਗਜ਼ੇਬ ਨੂੰ ਬਾਪ ਨੂੰ ਸੁਰਖਰੂ ਕਰਨ ਲਈ, ਜਾਂ ਗੁਰੂ ਦੇ ਹਵਾਲੇ ਨਾ ਕਰ ਦੇਵੇ। ਇਸ ਤੋਂ ਪਹਿਲਾਂ ਕਿ ਜ਼ਾਲਮਾਨਾ ਕਰਤੂਤਾਂ ਕਰਕੇ ਮੈਨੂੰ ਸਜ਼ਾ ਮਿਲੇ, ਮੈਂ ਉਸ ਤੋਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਦਾ ਕਤਲ ਕਰ ਦੇਵਾਂ। ਇਹਨੇ ਨਾ ਬੰਦਾ ਵੇਖੋ ਕਿਹੜਾ ਲੱਭਿਆ। ਗੁਰੂ ਘਰ ਦਾ ਨਮਕ ਖਾ ਕੇ ਹਰਾਮ ਕੀਤਾ ਸੀ ਪੈਂਦੇ ਖਾਨੇ, ਸਜ਼ਾ ਉਹਦੀ ਮਿਲੀ। ਉਸ ਦਾ ਖਾਤਮਾ ਮੈਦਾਨੇ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਗੁਰੂ ਹਰਗੋਬਿੰਦ ਸਾਹਿਬ ਦਾਦਾ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ, ਤੇ ਦੂਜੇ ਬੰਨੇ ਬਹਾਦਰ ਸ਼ਾਹ ਦਾ ਪਿਤਾ ਔਰੰਗਜ਼ੇਬ, ਔਰੰਗੇ ਦਾ ਪਿਤਾ ਸ਼ਾਹਜਹਾਨ। ਤੇ ਸ਼ਾਹਜਹਾਨ ਜਿਹੜਾ ਹੈ ਨਾ, ਉਹਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਭਿੜਦੇ ਨੇ ਉਹਦੀਆਂ ਫੌਜਾਂ ਨਾਲ। ਤੇ ਜਿਹੜਾ ਪੈਂਦੇ ਖਾਂ ਦਾ ਪੋਤਰਾ ਹੈ ਨਾ, ਦੀਨ ਦੁਨੀਆ ਦੇ ਮਾਲਕ, ਉਹ ਗੁਰੂ ਗੋਬਿੰਦ ਸਿੰਘ ਦੇ ਨਾਲ ਵੈਰ ਕਮਾਉਣ ਦੇ ਲਈ ਗੁਲਖਾਂ ਤਿਆਰ ਹੋ ਜਾਂਦਾ ਹੈ। ਆਖਿਆ ਇਹ ਗਿਆ, ਵੱਡਿਆਂ ਵਡੇਰਿਆਂ ਦਾ ਬਦਲਾ ਲੈ ਲਾ, ਉਹ ਤੇਰੇ ਦਾਦੇ ਨੂੰ, ਇਹਨਾਂ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਾਦੇ ਨੇ ਮੈਦਾਨੇ ਜੰਗ ਵਿੱਚ ਕਤਲ ਕੀਤਾ ਤੇ ਮੂੰਹੋਂ ਮੰਗਿਆ ਤੈਨੂੰ ਇਨਾਮ ਵੀ ਮੈਂ ਦੇਵਾਂਗਾ। ਐਸਾ ਖੌਫ ਜ਼ਦਾ ਹੋਇਆ ਵਜ਼ੀਰ ਖਾਂ, ਇਹਨੇ ਖਰੀਦ ਲਿਆ ਗੁਲ ਖਾਂ ਨੂੰ। ਪ੍ਰਬਲ ਮਨੋਰਥ ਸੀ ਉਹਦਾ ਗੁਰੂ ਨੂੰ ਖਤਮ ਕਰਨਾ। ਉਹ ਜਾਣਦਾ ਹੈ 14 ਜੰਗਾਂ ਵਿੱਚ ਗੁਰੂ ਦਾ ਵਾਲ ਵਿੰਗਾ ਨਹੀਂ ਹੋਇਆ, ਕੋਈ ਸ਼ਸਤਰ ਬਣਿਆ ਨਹੀਂ ਜਿਹੜਾ ਗੁਰੂ ਨੂੰ ਕੱਟ ਸਕੇ। ਗੁਰ ਨਾਲ ਤੁਲ ਨਾ ਲੱਗਈ ਖੋਜ ਡਿਠਾ ਬ੍ਰਹਮੰਡ, ਗੁਰੂ ਦੇ ਬਰਾਬਰ ਕੋਈ ਰੂਹੇ ਜ਼ਮੀਨ ਤੇ ਹੋਰ ਪੈਦਾ ਨਹੀਂ ਹੋਇਆ। ਖੰਡਾਂ ਬ੍ਰਹਮੰਡਾਂ ਵਿੱਚ ਖੋਜ ਕੇ ਵੇਖ ਲਓ ਤੁਸੀਂ, ਨਹੀਂ ਕੋਈ ਜਿੱਤ ਸਕਦਾ ਉਸ ਨੂੰ। ਗੁਲਖਾਂ ਖਰੀਦ ਲਿਆ ਗਿਆ। ਗੁਲਖਾਂ ਦੇ ਨਾਲ ਨਾਲ ਨਾ ਇੱਕ ਹੋਰ ਸਰਕਾਰੀ ਅਹਿਲਕਾਰ ਨੂੰ ਲਾਲਚ ਦਿੱਤਾ ਗਿਆ ਹੈ, ਉਸ ਨੂੰ ਵੀ ਵਜ਼ੀਰੀਆਂ ਦੇ ਲਾਲਚ ਦਿੱਤੇ ਗਏ ਨੇ। ਅਤਾਉੱਲਾ ਖਾਨ ਉਹਦਾ ਨਾਮ ਹੈ, ਦੋਵੇਂ ਤਿਆਰ ਕੀਤੇ। ਉਹ ਪੁੱਛਦੇ ਹੋਏ ਗੁਰੂ ਕਾ ਪਤਾ ਲੈਂਦੇ ਨੰਦੇੜ ਪਹੁੰਚੇ ਨੇ। ਇੱਥੇ ਰੋਜ਼ ਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰਦੇ ਨੇ, ਸਤਸੰਗ ਸੁਣਦੇ ਨੇ, ਸੇਵਾ ਕਰਦੇ ਨੇ। ਮੈਂ ਕਹਿ ਦਵਾਂ ਗੁਰੂ ਨਾਲ ਧੋਖਾ ਨਹੀਂ ਹੋ ਸਕਦਾ। ਇਹ ਕੌਤਕ ਇਸ ਲਈ ਵਰਤਿਆ ਕਿਉਂਕਿ ਗੁਰੂ ਸਾਹਿਬ ਆਪ ਪਰਮ ਈਸ਼ਵਰ ਦਾ ਸਰੂਪ ਨੇ। ਗੁਰ ਕਰਤਾ ਗੁਰ ਕਰਨਹਾਰ, ਗੁਰੂ ਇਜ਼ ਦਾ ਕ੍ਰੀਏਟਰ, ਗੁਰੂ ਇਜ਼ ਦਾ ਡੂਅਰ। ਉਹਨੇ ਆਪ ਹੀ ਨਿਰਗੁਣ ਸਰੂਪ ਵਿੱਚ ਆਪਣੀ ਮਨੁੱਖੇ ਜਾਮੇ ਦੀ ਇੱਕ ਉਮਰ ਮੁਕਰਰ ਕੀਤੀ ਹੈ। ਉਹ ਜਿਸ ਤਰ੍ਹਾਂ ਪੰਜ ਭੂਤਕ ਸਰੀਰ ਨੇ ਦੁਨੀਆ ਤੋਂ ਆਪਣਾ ਦੀਨ ਦੁਨੀਆ ਮਾਲਕ ਨੇ ਵਜੂਦ ਸਰੀਰ ਦਾ ਖਤਮ ਕਰਨਾ ਹੈ, ਜੋਤ ਦਾ ਤੇ ਸਦੀਵੀ ਵਜੂਦ ਹੈ। ਗੁਰੂ ਸਾਹਿਬ ਮਿਟ ਨਹੀਂ ਸਕਦੇ, ਸਰੀਰ ਮਿਟਦਾ ਹੈ। ਉਹ ਆਪ ਹੀ ਲਿਖਤ ਲਿਖੀ ਹੋਈ ਹੈ। ਮਹਾਰਾਜ ਇੱਕ ਦਿਨ ਸ਼ਾਮ ਦੇ ਸਮੇਂ ਸੰਧਿਆ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸ਼ਮਿਆਨੇ ਵਿੱਚ ਸੁੰਦਰ ਤੰਬੂਆਂ ਦੇ ਵਿੱਚ ਆਰਾਮ ਫਰਮਾਉਂਦੇ ਨੇ। ਦੀਵਾਨ ਸੁਣ ਕੇ ਸਿੱਖ ਸੰਗਤਾਂ ਘਰੋਂ ਘਰ ਜਾ ਚੁੱਕੇ ਨੇ। ਜਿਹੜੇ ਨਾਲ ਰਹਿੰਦੇ ਸਿੰਘ ਨੇ ਉਹ ਵੀ ਵਿਸ਼ਰਾਮ ਫਰਾਉਂਦੇ ਨੇ। ਕੋਈ ਇੱਕ ਦੋ ਸਿੰਘ ਹੀ ਪਾਸ ਪਹਿਰੇ ਤੇ ਨੇ। ਉਹਨਾਂ ਦੀ ਥਕਾਵਟ ਵਿੱਚ ਅੱਖ ਲੱਗੀ ਹੈ। ਗੁਰੂ ਪਾਤਸ਼ਾਹ ਨੇ ਸਮਾਂ ਹੀ ਐਸਾ ਚਿੱਤਰ ਦਿੱਤਾ। ਇਹ ਗੁਲਖਾਂ ਤੇ ਇਹਦਾ ਸਾਥੀ ਤੰਬੂ ਵਿੱਚ ਗਏ ਨੇ। ਜਦੋਂ ਤੁਸੀਂ ਪੁਰਾਤਨ ਹਵਾਲਾ ਲਓ ਨਾ ਕਵੀ ਸੈਨਾਪਤ ਦੀ ਲਿਖੀ ਮਹਾਨ ਪੁਸਤਕ ਦਾ, ਸ਼੍ਰੀ ਗੁਰਸੋਭਾ ਤੁਸੀਂ ਪੜ੍ਹੋ, ਜਿਹੜੀ ਅਕਾਲੀ ਕੌਰ ਸਿੰਘ ਨੇ ਪੂਰੀ ਛਪਵਾਈ ਸੀ। ਕਹਿੰਦੇ ਨਹੀਂ ਸਿੰਘ ਕੋਈ ਤਹਾਂ ਪਾਸ ਔਰੇ, ਰਹੇ ਏਕ ਹੀ ਊਂਗ ਸੋਈ ਗਇਓ ਰੇ। ਕਹਿੰਦੇ ਇੱਕ ਸਿੰਘ ਸੀ ਕੋਲ, ਉਹ ਵੀ ਊਂਘਦਾ ਸੌਂ ਗਿਆ।
ਉਹਦੇ ਬਾਅਦ ਆਖਣ ਲੱਗੇ, ਇਤੇ ਮੈਂ ਪ੍ਰਭੂ ਆਪ ਬਿਸੁਰਾਮ ਕੀਨਾ, ਗਾਹੀ ਦੁਸ਼ਟ ਜਮਾਦਾਰ ਉਰਵਾਰ ਕੀਨਾ। ਉਸ ਦੁਸ਼ਟ ਨੇ, ਗੁਲ ਖਾਂ ਨੇ ਖੰਜਰ ਫੜ ਲਿਆ, ਜ਼ਹਿਰੀਲਾ ਖੰਜਰ ਸੀ, ਬਾਪੂ ਦੇ ਉੱਤੇ ਵਾਰ ਕਰ ਦਿੱਤਾ। ਕਹਿੰਦੇ ਕੀਓ ਵਾਰ ਐਸਾ ਕਿ ਦੂਜਾ ਲਗਾਇਓ, ਲਗੇ ਔਰ ਕੇ ਆਪਣਾ ਵਾਰ ਲਾਇਓ। ਕੀਓ ਵਾਰ ਏਕੋ ਨਹੀਂ ਔਰ ਕੀਨਾ, ਕੀਓ ਵਾਰ ਏਕੋ ਨਹੀਂ ਔਰ ਕੀਨਾ ਲਿਓ ਮਾਰ, ਕਹਿ ਦੁਸ਼ਟ ਜਾਣੇ ਨਾ ਦੀਨਾ। ਬਾਪੂ ਤੇ ਪਹਿਲਾ ਵਾਰ ਹੋਇਆ ਜਿਵੇਂ ਉਡੀਕ ਰਹੇ ਹੋਣ, ਰੰਚਕ ਮਾਤਰ ਸਮੇਂ ਵਿੱਚ ਤਲਵਾਰ ਸੂਤ ਕੇ ਗੁਲ ਖਾਂ ਦਾ ਖੁਰਾ ਖੋਜ ਮਿਟਾ ਦਿੱਤਾ ਇੱਕੇ ਵਾਰ ਨਾਲ। ਉਹ ਦੂਜਾ ਐਲਕਾਰ ਭੱਜਣ ਲੱਗਾ, ਉਹਨੇ ਚਿਰ ਨੂੰ ਸਿੰਘਾਂ ਨੇ ਫੜ ਕੇ ਉਹਦਾ ਸਿਰ ਕਲਮ ਕਰ ਦਿੱਤਾ। ਫਿਰ ਕਹਿ ਦਵਾਂ, ਗੁਰੂ ਨਾਲ ਧੋਖਾ ਨਹੀਂ ਹੋ ਸਕਦਾ, ਦੇਵ ਨੇ ਤੈਸੀ ਲਿਖੀ ਹੈ। ਬਾਣੀ ਦਾ ਫਰਮਾਨ ਹੈ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ। ਤੁਸੀਂ ਤੇ ਮੈਂ ਅਧੂਰੇ ਆ, ਜੋ ਚਾਹੁੰਦੇ ਹੋ ਨਹੀਂ ਹੁੰਦਾ। ਨਰ ਚਾਹਤ ਕਛ ਔਰ ਔਰੇ ਕੀ ਔਰੇ ਭਈ, ਚਿਤਵਤ ਰਹਿਓ ਠਗੌਰ ਨਾਨਕ ਬਾਸੀ ਗੱਲ ਭਰੀ। ਜੋ ਅਸੀਂ ਚਾਹੁੰਦੇ ਕਦੇ ਨਹੀਂ ਹੁੰਦਾ। ਤੇ ਬਾਪੂ ਬਾਰੇ ਕੀ ਬੋਲਨੇ ਬਾਣੀ ਦੇ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ। ਗੁਰੂ ਪੂਰਾ ਹੈ, ਉਹ ਜੋ ਚਾਹੇ ਦੁਨੀਆ ਤੇ ਕਰ ਸਕਦਾ ਹੈ। ਹੀ ਇਜ਼ ਪਰਫੈਕਟ। ਗੁਰੂ ਜੋ ਚਾਹੇ ਕਰ ਸਕਦਾ ਹੈ, ਤੇਰੇ ਮੇਰੇ ਵਰਗਾ ਗੁਰੂ ਨਹੀਂ ਹੈ। ਗੁਰੂ ਸਾਹਿਬ ਜਦੋਂ ਫੱਟ ਲੱਗਾ ਨਾ, ਸਿੰਘਾਂ ਨੇ ਆਖਿਆ ਮਹਾਰਾਜ ਟੰਕੇ ਲਗਵਾ ਦਈਏ, ਹਕੀਮ ਸੱਦੀਏ। ਪਾਤਸ਼ਾਹ ਕਹਿੰਦੇ ਨਹੀਂ, 5 ਭੂਤਕ ਦੇ ਇਸ ਮਹਿਲ ਨੂੰ, ਮੁਜਸਮੇ ਨੂੰ ਤਿਆਗਣ ਦਾ ਸਮਾਂ ਆ ਗਿਆ ਹੈ। ਨਾਲੇ ਇਹ ਸੱਚਾਈ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਰੀਰ ਕਰਕੇ ਸਭ ਜਾਂਦੇ ਨੇ, ਪਰ ਨਾਮ ਕਰਕੇ ਜੋ ਆਇਆ ਸੋ ਚੱਲ ਸੀ, ਅਮਰ ਸੋ ਗੁਰ ਕਰਤਾਰ। ਗੁਰੂ ਤੇ ਪਰਮੇਸ਼ਰ ਸਦਾ ਅਮਰ ਨੇ। ਖੈਰ, ਮਹਾਰਾਜ ਦੇ ਪਿਆਰੇ ਸਿੰਘਾਂ ਨੇ ਸਿਆਣੇ ਹਕੀਮ ਸੱਦੇ, ਨੰਦੇੜ ਸ਼ਹਿਰ ਵਿੱਚੋਂ ਟੰਕੇ ਲਵਾ ਦਿੱਤੇ ਗਏ, ਜ਼ਖਮ ਸਾਫ਼ ਕੀਤਾ। ਬਹਾਦਰ ਸ਼ਾਹ ਨੂੰ ਵੀ ਖਬਰ ਪਹੁੰਚ ਗਈ। ਇੱਕ ਅੰਗਰੇਜ਼ ਜ਼ਰਾ ਸੀ, ਜ਼ਰਾ ਲਫ਼ਜ਼ ਜਿਹੜਾ ਹੈ ਨਾ, ਅਰਬੀ ਦਾ ਲਫ਼ਜ਼ ਹੈ, ਚੀਰ ਫਾੜ ਕਰਨ ਵਾਲੇ ਨੂੰ, ਸਰਜਨ ਨੂੰ ਕਹਿੰਦੇ ਨੇ। ਸਿਆਣੇ ਹਕੀਮਾਂ ਦੇ ਨਾਲ ਇੱਕ ਜ਼ਰਾ ਵੀ ਭੇਜਿਆ ਬਹਾਦਰ ਸ਼ਾਹ ਨੇ। ਉਹਨੇ ਆ ਕੇ ਫਿਰ ਟੰਕੇ ਚੰਗੀ ਤਰ੍ਹਾਂ ਖੋਲ ਕੇ ਲਗਾਏ ਨੇ, ਜ਼ਖਮ ਸਾਫ਼ ਕੀਤਾ ਹੈ। ਕੁਝ ਮਹਾਰਾਜ ਨਾ ਤਨਖਾਹ ਵੀ ਉਸ ਜ਼ਰਾ ਨੂੰ ਦਿੰਦੇ ਰਹੇ ਨੇ ਇਤਿਹਾਸ ਬਾਚੋਂ, ਤੇ ਕੁਝ ਮੋਹਰਾਂ ਰੋਜ਼ ਦੀਆਂ ਦਿੰਦੇ ਸਨ। ਖੈਰ, 15-20 ਦਿਨਾਂ ਦੇ ਵਿੱਚ ਜ਼ਖਮ ਕੁਝ ਰਾਜੀ ਹੁੰਦਾ ਹੈ। ਇੱਕ ਦਿਨ ਬਾਪੂ ਇੱਦਾਂ ਦਿਦਾਰੇ ਦਵੇ ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੱਜੇ ਹੋਏ ਨੇ। ਬਾਪੂ ਬੈਠਾ ਹੈ, ਅੱਜ ਜਿੱਦਾਂ ਮਾਈ ਭਾਗੋ, ਉਹ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨੇ ਜਿੱਥੇ, ਉੱਥੇ ਗੁਰੂ ਪਾਤਸ਼ਾਹ ਦੇ ਪਰਿਵਾਰ ਵਿੱਚ, ਜਿੱਥੇ ਗੁਰੂ ਕੇ ਮਹਿਲ ਆਦਿ ਸ਼ਕਤੀ ਨੇ ਮਾਤਾ ਸਾਹਿਬ ਦੇ ਵਾਲੀ। ਬਾਣੀ ਕਹਿ ਰਹੀ ਹੈ ਨਾ, ਏਕਾ ਮਾਈ ਜੁਗਤ ਵਿਆਹੀ। ਉਹ ਮਾਈ ਹੈ, ਉਹ ਮਾਇਆ ਹੈ, ਉਹ ਆਦਿ ਸ਼ਕਤੀ ਹੈ। ਤੇ ਵਿਆਹੀ ਕਿਹਦੇ ਨਾਲ ਹੈ? ਜੁਗਤ ਵਿਆਹੀ ਖੁਦਾ ਦੇ ਨਾਲ, ਅਕਾਲ ਪੁਰਖ ਦੇ ਨਾਲ। ਇੱਦਾਂ ਹੀ ਸਰਗੁਣ ਸਰੂਪ 'ਚ ਮਾਤਾ ਸਾਹਿਬ ਕੌਰ ਜੀ ਗੁਰਾਂ ਨਾਲ ਵਿਆਹੇ ਨੇ। ਤੇ ਜਿਹੜੀਆਂ ਹੋਰ ਮਾਤਾਵਾਂ ਨੇ, ਮਾਤਾ ਭਾਗੋ ਜੀ ਜਾਂ ਗੁਰੂ ਕੇ ਸਿੱਖ ਨੇ, ਵੀ ਦੈਵਿਕ ਤਾਕਤਾਂ ਦੇ ਮਾਲਕ ਨੇ, ਮਾਮੂਲੀ ਨਹੀਂ ਆ। ਮਾਈ ਭਾਗੋ ਦੀ ਰਫਲ ਦੇ ਦਿਦਾਰੇ ਕਰੋ, ਮਾਮੂਲੀ ਰੂਹ ਇਹਨੂੰ ਚੁੱਕ ਨਹੀਂ ਸਕਦੀ। ਇਹ ਜਿੱਦਾਂ ਸ਼ਸਤਰ ਸੱਜੇ ਨੇ ਨਾ, ਸ਼ਹੀਦਾਂ ਸਤਪੁਰਸ਼ਾਂ ਦੇ ਗੁਰੂ ਦੀ ਹਜ਼ੂਰੀ ਵਿੱਚ ਬਾਪੂ ਦੇ ਸਾਵੇਂ ਨਾ ਇੱਕ ਕਠੋਰ ਜਿਹਾ ਧਨੁੱਖ ਪਿਆ ਹੈ। ਕੁਝ ਉਮਰਾਵ ਹਾਕਮ ਕਿਸਮ ਦੇ ਬੰਦੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠੇ ਨੇ, ਤੇ ਮਾਨੀ ਮਨ ਫੁਰਨਾ ਫੁਰਿਆ ਵੀ ਏਡਾ ਕਠੋਰ ਧਨੁੱਖ ਲੱਗਦਾ ਹੈ ਗੁਰੂ ਨੇ ਡਰਾਉਣ ਲਈ ਰੱਖਿਆ ਹੈ। ਇਹਨੂੰ ਧਾਰ ਕਰਕੇ, ਚਿੱਲਾ ਚੜਾ ਕਰਕੇ ਤੀਰ ਛੱਡ ਲੈਣਾ, ਇਹ ਹੋ ਨਹੀਂ ਸਕਦਾ। ਹਰੇ ਦਿਲ ਵਿੱਚ ਫੁਰਨਾ ਹੈ। ਗੁਰੂ ਦਿਖਾਵਾ ਕਰਦਾ ਹੈ, ਅਜ਼ਮਤੀ ਹੋਣ ਦੇ ਦਾਅਵੇ ਕਰਦਾ ਹੈ। ਕਿਹੜਾ ਬਲ ਹੈ ਬਾਹਾਂ ਦੇ ਵਿੱਚ ਜਿਹੜਾ ਇਹਨੂੰ ਚੁੱਕ ਕੇ ਚਿੱਲਾ ਚੜਾ ਲਵੇ, ਤੰਦ ਚਾੜ ਕੇ ਤੀਰ ਛੱਡ ਲਵੇ। ਤੇ ਗੁਰੂ ਗੋਬਿੰਦ ਸਿੰਘ ਦੀ ਇੱਕ ਅਜ਼ਮਤ ਹੈ, ਬਿਨ ਬੋਲਿਆਂ ਸਭ ਕਿਛ ਜਾਣਦਾ, ਅੰਦਰ ਦੀ ਸਮਝ ਗਏ ਪਾਤਸ਼ਾਹ।
ਕਹਿੰਦੇ ਗੁਰੂ ਨਾਨਕ ਦੀ ਅਜ਼ਮਤ ਤੇ ਕੁਤਰਕ ਸਾਧੀ ਹੈ, ਇਹਨਾਂ ਦੇ ਅੰਦਰਲੇ ਨੇ, ਇਹਨਾਂ ਦੇ ਮਨ ਅੰਦਰ ਕੁਤਰਕ ਆਈ ਹੈ। ਜੇ ਅੱਜ ਅਜ਼ਮਤ ਨਾ ਵਿਖਾਈ ਗਈ, ਇਹ ਠੀਕ ਹੈ, ਟੰਕੇ ਖੁੱਲ ਜਾਣੇ ਨੇ, ਸਮਾਂ ਹੀ ਇਸ ਤਰ੍ਹਾਂ ਆਉਣਾ ਹੈ, ਲਿਖਤ ਐਸੀ ਹੈ। ਪਰ ਜੇ ਅੱਜ ਅਜ਼ਮਤ ਨਾ ਵਿਖਾਈ ਤੇ ਇਹਨਾਂ ਕੱਲ ਨੂੰ ਇਹ ਵੀ ਨਹੀਂ ਮੰਨਣਾ ਵੀ ਗੁਰੂ ਗੋਬਿੰਦ ਸਿੰਘ ਭਾਰਤ ਵਰਸ਼ ਦੇ ਬਾਦਸ਼ਾਹ ਕੋਲੋਂ, ਔਰੰਗਜ਼ੇਬ ਕੋਲੋਂ 14 ਜੰਗਾਂ ਆਪਣੇ ਬਾਹੂਬਲ ਨਾਲ ਜਿੱਤਿਆ ਹੈ। ਕੌਤਕ ਵਿਖਾਉਣ ਦਾ ਸਮਾਂ ਹੈ। ਗੁਰੂ ਸਾਹਿਬ ਨੇ ਕਠੋਰ ਧਨੁਖ ਚੁੱਕਿਆ, ਤੰਦ ਆਪ ਚਾੜੀ ਹੈ। ਉਮਰਾਮ ਹਾਕਮ ਬਲ ਵੇਖ ਕੇ ਮਰਹਬਾ ਮਰਹਬਾ ਕਰ ਉੱਠੇ ਨੇ। ਆ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਾਂ, ਜਿਹੜਾ ਕਾਰਨ ਕੋਈ ਕਰ ਨਹੀਂ ਸਕਦਾ, ਉਹ ਗੁਰੂ ਗੋਬਿੰਦ ਕਿਵੇਂ ਕਰਦਾ ਹੈ? ਤੇ ਬਾਣੀ ਦੇ ਬੋਲ ਨੇ, ਸਰਬ ਕਲਾ ਸਮਰੱਥ ਪ੍ਰਭ ਪੂਰੇ। ਗੁਰਦੇਵ ਮੇਰਾ ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰੱਥ ਪ੍ਰਭੂ ਦਾ ਸਰੂਪ ਹੈ। ਤੇ ਸਮਰੱਥ ਤੋਂ ਭਾਵ ਹੈ ਜੋ ਚਾਹੇ ਉਹ ਕਰ ਸਕਦਾ ਹੈ। ਖੈਰ, ਤੰਦ ਚਾੜਿਆ, ਤੀਰ ਛੱਡਿਆ, ਪਰ ਟੰਕੇ ਖੁੱਲ ਗਏ, ਜ਼ਖਮ ਮੱਲੇ ਸਨ। ਜ਼ਖਮ ਸੀਣ ਦੇ ਲਈ ਸਿੰਘਾਂ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ। ਮਹਾਰਾਜ ਕਹਿੰਦੇ ਨਹੀਂ, ਜ਼ਰੂਰਤ ਨਹੀਂ, ਸਾਡਾ ਸਮਾਂ ਆ ਗਿਆ ਹੈ। ਸਿੱਖਾ ਧਿਆਨ ਦੇ, ਬਾਣੀ ਦਾ ਇੱਕ ਬੋਲ ਹੈ ਵੀ ਗੁਰੂ ਪਰਮੇਸ਼ਰ ਤੋਂ ਬਾਅਦ ਸ਼ਹੀਦਾਂ ਦਾ ਮਰਾਤਬਾ ਉੱਚਾ ਹੈ। ਤੇ ਬਾਪੂ ਦਸਮ ਬਾਣੀ ਵਿੱਚ ਆਪ ਕਹਿੰਦੇ ਨੇ, ਅਬ ਰੀਝ ਕਹਿ ਦੇਹੋ ਵਹਿ ਹਮਕੋ ਜਉ ਹੋ ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਦ ਨਿਧਾਨ ਬਣਿਆ ਤਹੀ ਰਣ ਮੈਂ ਤਬ ਜੂਝ ਮਰੋ। ਮਹਾਰਾਜ ਖੁਦ ਖੁਦਾ ਹੁੰਦਿਆਂ ਵੀ ਕਹਿੰਦੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਵਾਂ, ਪਰ ਕਿਹੜਾ ਮਾਈਕਾ ਲਾਲ ਰੂਹੇ ਜ਼ਮੀਨ ਨੇ ਜੰਮਿਆ ਹੈ ਜਿਹੜਾ ਛਾਤੀ ਦੇ ਸਾਵੇਂ ਖਲੋ ਕੇ ਉਸ ਨੂੰ ਸ਼ਹੀਦ ਕਰ ਸਕੇ? ਐਸਾ ਵਜੂਦ ਬਣਿਆ ਹੀ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਮੈਂ ਸ਼ਹੀਦ ਹੋਣਾ ਹੈ, ਪਰ ਬਣਿਆ ਹੀ ਕੋਈ ਨਹੀਂ ਸ਼ਹੀਦ ਕਰਨ ਵਾਲਾ। ਸਤਿਗੁਰ ਜੇਵੜ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ। ਸੋਏ ਇਹ ਖੇਡ ਆਪ ਰਚੀ ਪਾਤਸ਼ਾਹ ਨੇ। ਕਹਿੰਦੇ ਹੁਣ ਜਾਣ ਦਾ ਸਮਾਂ ਆ ਗਿਆ ਹੈ। ਮੈਂ ਸਰਬੰਸ ਵਾਰਨਾ ਸੀ, ਉਹ ਚੋਂ ਅਖੀਰਲੀ ਕਿਸ਼ਤ ਰਹਿ ਗਈ ਹੈ। ਮੈਂ 4 ਲਾਲ ਵਾਰ ਦਿੱਤੇ, ਮੈਂ ਮਾਤਾ ਵਾਰ ਦਿੱਤੀ, ਇਹ ਅਖੀਰਲਾ ਸਿਰ ਰਹਿ ਗਿਆ ਹੈ। ਕਹਿੰਦੇ ਇਹ ਵੀ ਛੱਡੋ, ਹੈ ਸ਼ੌਕ ਸ਼ਹਾਦਤ ਕਾ हमें सबसे ज्यादा, 100 सरबी हो कुर्बान तो नहीं रब से ज्यादा। 100 सिर भी होण ते मैं वार दवां, ਇਹ ਅੱਲਾ ਯਾਰ ਖਾਂ ਗੁਰੂ ਗੋਬਿੰਦ ਦੇ ਬੋਲਾਂ ਨੂੰ ਪ੍ਰਗਟ ਕਰਦਾ ਕਹਿੰਦਾ ਹੈ। ਮਹਾਰਾਜ ਕਹਿੰਦੇ ਸਮਾਂ ਆਇਆ ਹੈ। ਸਾਰੇ ਸਿੱਖਾਂ ਸੇਵਕਾਂ ਨੂੰ ਬੇਨਤੀ ਕੀਤੀ। ਨਗੀਨਾ ਘਾੜ ਤੋਂ ਇਸ ਪਾਕ ਰੂਹੇ ਜ਼ਮੀਨ ਤੇ ਪਹੁੰਚ ਗਏ ਨੇ, ਜਿਹਨੂੰ ਤੁਸੀਂ ਹਜੂਰ ਸਾਹਿਬ ਕਹਿੰਦੇ ਹੋ। ਇੱਥੇ ਆਏ ਨੇ ਜਿੱਥੇ ਨਿਸ਼ਾਨ ਸਾਹਿਬ ਹੈ ਨਾ ਵੱਡਾ, ਪਰਕਰਮਾ ਤੋਂ ਥਲੜੇ ਬੰਨੇ, ਤਖਤ ਦੇ ਸਨਮੁਖ ਗੁਰੂ ਪਾਤਸ਼ਾਹ ਨੇ ਇੱਥੇ ਸ਼੍ਰੀ ਆਦ ਗ੍ਰੰਥ ਸਾਹਿਬ ਦੀ ਬੀੜ ਲਈ ਹੈ। 1765 ਬਿਕਰਮੀ ਸੰਮਤ, ਕੱਤਕ ਸੁਦੀ ਦੂਜ, 5 ਪੈਸੇ ਨਰੀਅਲ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਰੱਖ ਕੇ ਸਜਦਾ ਕੀਤਾ, ਪਰਕਰਮਾ ਕੀਤੀ ਤੇ ਐਲਾਨ ਕਰ ਦਿੱਤਾ, ਪੋਥੀ ਪਰਮੇਸ਼ਰ ਕਾ ਥਾਨ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਮੰਨਣਾ ਕਿਵੇਂ ਹੈ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੈ ਭਾਵੈ। ਸਿਰ ਨਿਵਾਹ ਕਰਕੇ ਸ਼ਬਦ ਸਰੂਪ ਦੇ ਅੱਗੇ ਪਾਤਸ਼ਾਹ ਨੇ ਐਲਾਨ ਕਰ ਦਿੱਤਾ। ਪੰਥ ਪ੍ਰਕਾਸ਼ ਦੇ ਕਰਤਾ ਨੇ ਸ਼੍ਰੀ ਮੁਖਵਾਕ ਕਹਿ ਕੇ ਇਹ ਬੋਲ ਲਿਖੇ ਨੇ। ਅੱਛਾ, ਬਾਪੂ ਨੇ ਆਪ ਹੁਕਮਨਾਮਾ ਲਿਆ। ਅਬਚਲ ਨਗਰ ਕਿਉਂ ਕਹਿੰਦੇ ਹੋ ਇਸ ਜਗ੍ਹਾ ਨੂੰ? ਗੁਰਤਾ ਗੱਦੀ ਬਖਸ਼ ਕੇ ਸ਼ਬਦ ਨੂੰ ਇਹ ਪ੍ਰਗਟ ਕਰਕੇ ਦਾਵਾ ਪ੍ਰੈਕਟੀਕਲੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰਨਾ ਕੋਈ, ਇਹਦੇ ਵਰਗਾ ਕੋਈ ਨਹੀਂ ਹੈ। ਹੁਕਮਨਾਮਾ ਲੈਂਦੇ ਨੇ, ਸੂਹੀ ਮਹੱਲਾ 5ਵਾਂ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਤੇ ਕਹਿੰਦੇ ਅੱਜ ਤੋਂ ਇਸ ਪਾਕ ਨਗਰ ਦਾ ਨਾਮ ਸ਼੍ਰੀ ਅਬਚਲ ਨਗਰ ਹਜੂਰ ਸਾਹਿਬ ਹੋਵੇਗਾ। ਤਖਤ ਦਾ ਨਾਮਕਰਨ ਕਰ ਦਿੱਤਾ। ਤਖਤ ਬਖਸ਼ ਕੇ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾ ਕੇ 1708 ਈਸਵੀ ਦੇ ਵਿੱਚ ਤੇ 1765 ਬਿਕਰਮੀ ਸੰਮਤ ਦੇ ਵਿੱਚ ਕੱਤਕ ਸੁਦੀ 5ਵੀਂ ਬਾਪੂ ਨੇ ਤਿਆਰੀ ਕੀਤੀ ਹੈ। ਇੱਥੇ ਸਭ ਤੋਂ ਵੱਡਾ ਤਰਕ ਹੁੰਦਾ ਹੈ, ਬਚਨ ਕਹਿ ਕੇ ਫਤਿਹ ਕਰਾਂ। ਕਈਆਂ ਦੀ ਪੂਛ ਨੂੰ ਬੜਾ ਵੱਟ ਚੜ੍ਹਦਾ ਹੈ ਵੀ ਸਣ ਦੇ ਗੁਰੂ ਕਿੱਦਾਂ ਜਾ ਸਕਦਾ ਹੈ।
ਆ ਜਿੱਥੇ ਤਖਤ ਸਾਹਿਬ ਹੈ ਨਾ, ਮਹਾਰਾਜ ਕਹਿੰਦੇ ਇੱਕ ਤੰਬੂ ਲਾਓ, ਸੁੰਦਰ ਕਨਾਤਾਂ ਤਾਣ ਦਿਓ, ਤੇ ਇਹ ਬੋਲ ਆਪ ਕਹੇ ਵੀ ਅੱਜ ਅਸੀਂ ਪੰਜ ਭੂਤਕ ਸਰੀਰ ਨੂੰ ਤਿਆਗਣਾ ਹੈ। ਅਗੰਮੀ ਜੋਤ ਤੇ ਬਖਸ਼ ਦਿੱਤੀ ਹੈ ਸ਼ਬਦ ਨੂੰ, ਸਰਗੁਣ ਤੋਂ ਸ਼ਬਦ ਵਿੱਚ ਅਭੇਦ ਕਰ ਦਿੱਤੀ ਹੈ, ਨਿਰਗੁਣ ਤੋਂ ਸਰਗੁਣ ਬਣਿਆ, ਆਪ ਨਾਰਾਇਣ ਕਲਾਧਾਰ ਹੋਇਆ, ਉਹਦੇ ਬਾਅਦ ਹੁਣ ਸ਼ਬਦ ਸਰੂਪ ਹੋ ਗਏ ਆ। ਕਨਾਤਾਂ ਤਾਣ ਦਿਓ, ਚੰਦਨ ਦੀ ਚਿਖਾ ਤਿਆਰ ਕੀਤੀ ਗਈ। ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਡੇਢ ਪੈਰ ਰਾਤ ਰਹਿੰਦੀ ਅੰਦਰ ਪ੍ਰਵੇਸ਼ ਹੋਏ, ਹੁਕਮ ਕਰ ਦਿੱਤਾ ਕਿਸੇ ਨੇ ਕਨਾਤ ਦੇ ਅੰਦਰ ਝਾਤ ਨਹੀਂ ਮਾਰਨੀ, ਤੇ ਕੀਰਤਨ ਨਿਰਮਾਣ ਕਰਨਾ ਹੈ। ਤੇ ਸੱਜ ਧੱਜ ਕੇ, ਕਮਰ ਕੱਸਾ ਪਹਿਨ ਕੇ, ਚੋਲਾ ਪਹਿਨ ਕੇ, ਕਲੀਆਂ ਵਾਲਾ ਸ਼ਸਤਰ ਧਾਰੀ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਅੰਦਰ ਪ੍ਰਵੇਸ਼ ਹੁੰਦੇ ਨੇ, ਚਿਖਾ ਨੂੰ ਅੱਗ ਆਪ ਲਾਉਂਦੇ ਨੇ। ਰਾਤ ਲੰਘ ਗਈ ਕੀਰਤਨ ਕਰਦਿਆਂ, ਸੁਬਾਹ ਚਿਖਾ ਫਰੋਲੀ ਜਾਂਦੀ ਹੈ, ਅਸਤੀ ਫੁੱਲ ਨਹੀਂ ਮਿਲਦੇ, ਛੋਟੀ ਕਿਰਪਾਨ ਦਸਤਾਰ ਵਾਲੀ ਮਿਲਦੀ ਹੈ। ਤੇ ਜਿਹੜੇ ਤੁਹਾਡੇ ਮੇਰੇ ਵਰਗੇ ਕਈ ਪੂਛਾਂ ਨੂੰ ਵੱਟ ਦਿੰਦੇ ਸੀ ਨਾ, ਲੈ ਇਹ ਕਿੱਦਾਂ ਹੋ ਸਕਦਾ, ਇਹ ਸਿੰਘ ਤੇ ਝੂਠ ਮਾਰਦੇ ਨੇ, ਅਸਤੀਆਂ ਵੀ ਹੋਣਗੀਆਂ, ਫੁੱਲ ਵੀ ਹੋਣਗੇ, ਧੱਕੋ ਜ਼ੋਰੀ ਕਹਿੰਦੇ ਅਸੀਂ ਚਿਖਾ ਫੋਲ ਕੇ ਵੇਖਣੀ ਹੈ। ਬਿਨਾਂ ਸਿਦਕ ਵਾਲੇ ਬੇਸਿਦਕੇ ਅੰਦਰ ਵੜ ਗਏ, ਚਿਖਾ ਦੀ ਫੋਲਾ ਫਰਾਲੀ ਕੀਤੀ ਗਈ, ਕੁਝ ਵੀ ਨਾ ਲੱਭਾ। ਭਾਵਨਾ ਵਾਲੇ ਕਹਿਣ ਸਣਦੇਹੀ ਗਏ ਨੇ, ਤਰਕ ਵਾਲੇ ਕਹਿਣ ਚਿਖਾ ਚੋਂ ਅਸਤੀਆਂ ਲੱਭਣੀਆਂ ਨੇ, ਪਰ ਨਾ ਲੱਭੀਆਂ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਾਂ ਵੀ ਦੁਨੀਆ ਤੇ ਕੋਈ ਆਜ਼ਾਦ ਹਸਤੀ ਨਹੀਂ, ਬੇਮੁਹਤਾਜ ਨਹੀਂ, ਆਪਣੀ ਮਰਜ਼ੀ ਨਹੀਂ ਕਰ ਸਕਦਾ, ਜੰਮਣਾ ਮਰਨਾ ਖੁਦਾ ਦੇ ਹੁਕਮ ਵਿੱਚ ਹੈ। ਕੋਈ ਆਜ਼ਾਦ ਹਸਤੀ ਜਿਹਦੇ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ, ਆਪ ਮੁਕਤ ਕਰੈ ਸੰਸਾਰ, ਹੈ ਐਸੀਆਂ ਬੁਲੰਦ ਹਸਤੀਆਂ। ਤੇ ਗੁਰੂ ਗ੍ਰੰਥ ਸਾਹਿਬ ਨੇ ਬੋਲ ਕੇ ਉਹਨਾਂ ਕੁਤਰਕੀਆਂ ਦੀ ਮੈਲੀ ਭਾਵਨਾ ਤੇ ਇਹ ਕਟਾਰ ਵਾਂਗੂ ਚੁਭਦੇ ਨੇ। ਮਹਾਰਾਜ ਕਹਿੰਦੇ ਫਿਰ ਪੜ੍ਹ ਦਿਓ, ਗੁਰ ਕਰਤਾ ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਨਥਿੰਗ ਇਜ਼ ਬਿਯੋਂਡ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਚਾਹੇ ਜੋ ਮਰਜ਼ੀ ਕਰ ਸਕਦਾ ਹੈ, ਚਾਹੇ ਸਣਦੇਹੀ ਗੁਪਤ ਹੋ ਜਾਵੇ, ਤੇ ਚਾਹੇ ਚਿਖਾ ਦਾ ਰੂਪ ਪੰਜ ਭੂਤਕ ਸਰੀਰ ਨੂੰ ਕਰਕੇ ਆਪਣਾ ਖੋਜ ਮਿਟਾ ਲਵੇ। ਗੁਰੂ ਗੋਬਿੰਦ ਸਿੰਘ ਤੇ ਬਾਣੀ ਕਹਿੰਦੀ ਤਰਕ ਨਹੀਂ ਹੋ ਸਕਦਾ। ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਊਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ। ਗੁਰੂ ਤੇ ਏਡਾ ਵੱਡਾ ਹੈ, ਕਥਾਕਾਰ ਉਹਦੀ ਵਡਿਆਈ ਦਾ ਅੰਤ ਨਹੀਂ ਪਾ ਸਕਦੇ। ਆਓ ਉਸ ਗੁਰੂ ਗੋਬਿੰਦ ਦੇ ਦਰ ਤੇ ਝੁਕੀਏ ਜਿਹਦੇ ਬਾਰੇ ਬਾਣੀ ਕਹਿੰਦੀ ਹੈ, ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ। ਉਹ ਖੁਦ ਖੁਦਾ ਗੁਰੂ ਗੋਬਿੰਦ ਝੋਲੀਆਂ ਭਰਨ ਵਾਲੇ ਨੇ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਅੱਜ ਦੇ ਦਿਨ ਪਾਤਸ਼ਾਹ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਆਪਣੀ ਆਗਾਮੀ ਜੋਤ ਨੂੰ ਸ਼ਬਦ ਸਰੂਪ ਵਿੱਚ ਅਭੇਦ ਕਰਕੇ ਚਲੇ ਗਏ। ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਲੜ ਲਾ ਗਏ। ਸਾਡਾ ਜਿਤਨਾ ਵੀ ਸਾਹਿਤ ਹੈ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸ੍ਰੀ ਦਸਮ ਗ੍ਰੰਥ ਸਾਹਿਬ, ਸ੍ਰੀ ਸਰਬਲੋ ਜੀ ਕੀ ਬਾਣੀ, ਭਾਈ ਗੁਰਦਾਸ ਭਾਈ ਨੰਦ ਲਾਲ ਜੀ ਕੀ ਬਾਣੀ ਨੂੰ, ਗੁਰੂ ਪਾਤਸ਼ਾਹ ਦੇ ਹਜ਼ੂਰੀ ਕਵੀਆਂ ਦੇ ਪਾਕ ਬੋਲਾਂ ਨੂੰ, ਸਾਹਿਤ ਨੂੰ, ਇਤਿਹਾਸ ਨੂੰ ਅਸੀਂ ਸਦਾ ਹੀ ਸਿਰ ਨਿਭਾਉਣਾ ਹੈ। ਕੁਤਰਕ ਕਰਨ ਵਾਲਿਆਂ ਵੱਲ ਧਿਆਨ ਨਹੀਂ ਦੇਣਾ। ਬਾਣੀ ਕਹਿੰਦੀ ਹੈ, ਸੁਣ ਸਾਖੀ ਮਨ ਜਪ ਪਿਆਰ। ਸਾਖੀਆਂ ਇਤਿਹਾਸ ਸੁਣ ਕੇ ਜੀਵਨ ਸਫਲਾ ਕਰਨਾ ਹੈ। ਦਾਸ ਇੱਥੇ ਹੀ ਵਿਚਾਰ ਨੂੰ ਵਿਸ਼ਰਾਮ ਦਿੰਦਾ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹੜਾ ਬੋਰਡ ਹੈ, ਜਿਹੜੇ ਮਹਾਨ ਗੁਰਮਤਿ ਸਮਾਗਮ ਆਪ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਕਰਵਾਉਂਦੇ ਨੇ, ਉਹਨਾਂ ਦਾ ਧੰਨਵਾਦ। ਅਬਚਲ ਨਗਰ ਵਿਖੇ ਮਹਾਨ ਸੇਵਾਵਾਂ ਗੁਰੂ ਪਾਤਸ਼ਾਹ ਦੇ ਦਰ ਤੇ ਕਦਮਬੋਸੀ ਕਰਕੇ ਨਿਭਾਉਣ ਵਾਲੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਜਥੇਦਾਰ ਸਾਹਿਬ, ਉਹਨਾਂ ਦਾ ਧੰਨਵਾਦ। ਉਹਨਾਂ ਦੇ ਨਾਲ ਜਿਤਨੇ ਵੀ ਸੇਵਾਦਾਰ ਨੇ, ਗੁਰੂ ਕੇ ਵਜ਼ੀਰ ਨੇ, ਸਭਨਾਂ ਦਾ ਧੰਨਵਾਦ। ਜਿਤਨੇ ਵੀ ਪ੍ਰਚਾਰਕ ਰਾਗੀ ਜਨ ਗੁਰੂ ਪਾਤਸ਼ਾਹ ਦੇ ਦਰ ਤੇ ਸਿਜਦਾ ਕਰ ਰਹੇ ਨੇ, ਸਭਨਾਂ ਦਾ ਧੰਨਵਾਦ ਹੈ ਜੀ। ਭੁੱਲ ਚੁੱਕ ਦੀ ਖਿਮਾ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਜੀਵਨ ਸਫਲਾ ਕਰੋ ਜੀ। ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਵੀ ਹਾਜ਼ਰੀਨ ਨੇ, ਬੇਅੰਤ ਸੇਵਾਵਾਂ ਕਰਦੇ ਨੇ, ਉਹਨਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।